ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਖੀਲ ਸਮਝਾਏ ਬਈ ਇਹ ਇੱਕ ਖੀਲ ਹੈ, ਅਕਾਲ ਪੁਰਖ ਪਰਮਾਤਮਾ ਨੇ ਬਣਾਇਆ ਹੈ। ਇਸ ਸੰਸਾਰ ਦੇ ਵਿੱਚ ਅਸੀਂ ਆਉਂਦੇ ਹਾਂ ਅਤੇ ਇੱਥੋਂ ਅਸੀਂ ਵਾਪਸ ਜਾਣਾ। ਔਰ ਇਹ ਜਿਹੜਾ ਸਰੀਰ ਸਾਨੂੰ ਮਿਲਿਆ ਮਾਨਸ ਜਾਮਾ, ਇਹ ਸਰੀਰ ਸਦਾ ਨਹੀਂ ਰਹਿਣ ਵਾਲਾ, ਇਹਨੂੰ ਮਿਥਿਆ ਕਹਿੰਦੇ। ਇਹ ਨਾਸਵਾਨ ਹੈ ਅਤੇ ਆਪਣੇ ਸਾਹਮਣੇ ਸੰਸਾਰ ਦੇ ਵਿੱਚ ਉਹ ਜੀਵ ਜਾ ਰਹੇ ਨੇ। ਜਦੋਂ ਭਗਤਾਂ ਨੇ ਇਹ ਗੱਲ ਦੇਖੀ ਵੀ ਸੰਸਾਰ 'ਚ ਜੀਵ ਆਉਂਦਾ ਹੈ, ਇੱਥੋਂ ਆ ਕੇ ਜਦੋਂ ਵਾਪਸ ਚਲਾ ਜਾਂਦਾ, ਇਹ ਜਿਹੜਾ ਸਰੀਰ ਹੈ, ਇਹ ਸਰੀਰ ਨੂੰ ਅਸੀਂ ਰੱਖਦੇ ਨਹੀਂ, ਫਿਰ ਇਹਨੂੰ ਅਸੀਂ ਆਪਦੇ ਹੱਥੀਂ ਸੰਸਕਾਰ ਕਰ ਦਿੰਦੇ ਹਾਂ। ਜਿਹੜੇ ਸਰੀਰ ਦੇ ਹੱਡ ਨੇ, ਹੱਡ ਫਿਰ ਲੱਕੜਾਂ ਵਾਂਗੂ ਬਲਦੇ ਨੇ। ਜਿਹੜੇ ਕੇਸ ਨੇ, ਇਹ ਘਾਹ ਵਾਂਗੂ ਜਲ ਜਾਂਦੇ। ਇਹ ਸਾਰਾ ਕੁਛ ਦੇਖ ਕੇ ਫਿਰ ਗੁਰਮੁਖ ਨੇ ਜਿਹੜੇ, ਉਹ ਸਰੀਰ ਤੋਂ ਉਦਾਸੀ ਹੋ ਜਾਂਦੇ ਬਈ ਉਹ ਸਰੀਰ ਦਾ ਮੋਹ ਛੱਡ ਕੇ, ਮਾਇਆ ਦਾ ਮੋਹ ਛੱਡ ਕੇ ਉਹ ਫਿਰ ਪਰਮਾਤਮਾ ਅਕਾਲ ਪੁਰਖ ਦੇ ਨਾਲ ਪ੍ਰੀਤ ਪਾਉਂਦੇ, ਉਹਦੇ ਨਾਲ ਪਿਆਰ ਪਾਉਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਹਾੜ ਜਰੇ ਜਿਉਂ ਲੱਕੜੀ, ਕੇਸ ਜਲੇ ਜਿਉਂ ਘਾਸ। ਇਹ ਜਗ ਜਰਦਾ ਦੇਖ ਕੇ ਭਇਓ ਕਬੀਰ ਉਦਾਸ। ਉਹਨਾਂ ਨੇ ਜਦੋਂ ਇਹ ਹਾਲਤ ਦੇਖੀ ਜੀਵਨ ਦੀ, ਬਈ ਸਰੀਰ ਦੀ ਇਹ ਹਾਲਤ ਹੋ ਜਾਂਦੀ ਵੀ ਇੱਦਾਂ ਬਲਦਾ, ਸੰਸਾਰ ਨੂੰ ਜਲਦੇ ਦੇਖ ਕੇ
ਦੀ ਵੀ ਅਸੀਂ ਹੈ ਕੌਣ ਆ, ਵੀ ਇਹ ਸਰੀਰ ਤਾਂ ਇੱਕ ਦਿਨ ਖਤਮ ਹੋ ਜਾਏਗਾ, ਵੀ ਅਸੀਂ ਕੌਣ ਆ ਜਿਹੜਾ ਇਹ ਸਰੀਰ ਦੇ ਵਿੱਚ ਆ ਕੇ ਵਸਦਾ, ਜਿਹੜਾ ਇਹਨੂੰ ਲੈ ਕੇ ਚੱਲਦਾ। ਫਿਰ ਅਸੀਂ ਉਹਦੀ ਪਹਿਚਾਣ ਕਰਨੀ ਹੁੰਦੀ। ਉਹਦੀ ਪਹਿਚਾਣ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਆਪਣੇ ਆਪੇ ਦੀ ਪਹਿਚਾਣ ਕਰਾਂਗੇ ਵੀ ਅਸੀਂ ਕੌਣ ਆ। ਜਿਸ ਦਿਨ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਏਗੀ ਵੀ ਅਸੀਂ ਇਹ ਸਰੀਰ ਨਹੀਂ, ਅਸੀਂ ਇਹ ਸਰੀਰ ਤੋਂ ਵੱਖਰੇ, ਅਸੀਂ ਪ੍ਰਕਾਸ਼ ਰੂਪ ਜੋਤ ਸਰੂਪ ਹਾਂ, ਫਿਰ ਅਸੀਂ ਜਿਹੜੇ ਸਾਡੇ ਸੰਜੋਗੀ ਨੇ, ਚਾਹੇ ਉਹ ਸਾਡੇ ਮਾਂ ਪਿਓ ਨੇ, ਚਾਹੇ ਉਹ ਸਾਡੇ ਭੈਣ ਭਰਾ ਨੇ, ਚਾਹੇ ਉਹ ਸਾਡੇ ਧੀਆਂ ਪੁੱਤਰ ਨੇ, ਫਿਰ ਅਸੀਂ ਉਹਨਾਂ ਨੂੰ ਵੀ ਪਹਿਚਾਣ ਲਾਂਗੇ ਵੀ ਇਹਨਾਂ ਦੇ ਅੰਦਰ ਕੌਣ ਵੱਸਦਾ। ਫਿਰ ਕਹਿੰਦੇ ਵੀ ਇਹਨਾਂ ਦਾ ਆਤਮਕ ਪਿਆਰ ਹੈ, ਫਿਰ ਕਹਿੰਦੇ ਇਹਨਾਂ ਦਾ ਸੱਚਾ ਪ੍ਰੇਮ ਹੈ। ਹੁਣ ਜੇ ਅਸੀਂ ਆਪਣੇ ਆਪੇ ਦੀ ਪਹਿਚਾਣ ਤਾਂ ਕਰਦੇ ਨਹੀਂ, ਫਿਰ ਅਸੀਂ ਪਿਆਰ ਕਰਦੇ ਹਾਂ ਚੰਮ ਨੂੰ, ਜਿਹੜਾ ਚਮੜਾ ਨਾਸਵਾਨ ਮਿਥੀ ਹੈ। ਫਿਰ ਜਦੋਂ ਜੀਵ ਦੇਹ ਛੱਡ ਜਾਂਦਾ, ਫਿਰ ਉਦੋਂ ਜੀਵ ਰੋਂਦੇ, ਉਦੋਂ ਜੀਵ ਰਾਗ ਕਰਦੇ, ਉਦੋਂ ਰੋਸ ਕਰਦੇ। ਫਿਰ ਜਦੋਂ ਇਹ ਦੇਹ ਦੇ ਕੋਲ ਬੈਠੇ ਰੋਂਦੇ, ਤੇ ਫਿਰ ਉਦੋਂ ਪੁੱਛਦੇ ਵੀ ਰੋਨੇ ਕਿਉਂ, ਵੀ ਜਿਹੜੇ ਚੰਮ ਨੂੰ ਤੁਸੀਂ ਪਿਆਰ ਕਰਦੇ ਹੋ, ਚੰਮ ਤਾਂ ਤੁਹਾਡੇ ਕੋਲ ਹੀ ਪਿਆ। ਫਿਰ ਉਦੋਂ ਕਹਿੰਦੇ ਵੀ ਜਿਹੜਾ ਇਹਦੇ ਅੰਦਰ ਵੱਸਦਾ ਸੀ, ਵੀ ਉਹ ਚਲਾ ਗਿਆ, ਉਹਨੇ ਮੁੜ ਕੇ ਇਹਦੇ ਵਿੱਚ ਨਹੀਂ ਆਉਣਾ, ਤਾਂ ਕਰਕੇ ਰੋਂਦੇ। ਇਹ ਮਹਾਰਾਜ ਕਹਿੰਦੇ ਜਦੋਂ ਤੁਹਾਡੇ ਕੋਲੇ ਸੀ ਉਦੋਂ ਕਿਹੜਾ ਤੁਸੀਂ ਉਹਦੀ ਪਹਿਚਾਣ ਕੀਤੀ, ਉਦੋਂ ਕਿਹੜਾ ਤੁਸੀਂ ਜਾਣਿਆ ਉਹਨੂੰ। ਵੀ ਜਦੋਂ ਤੁਹਾਡੇ ਕੋਲ ਸੀ ਤੁਸੀਂ ਉਦੋਂ ਕਿਉਂ ਨਾ ਉਹਨੂੰ ਪਹਿਚਾਣਿਆ ਵੀ ਇਹਦੇ ਅੰਦਰ ਕੌਣ ਵੱਸਦਾ, ਵੀ ਉਹ ਕੌਣ ਹੈ ਜਿਹੜਾ ਇਸ ਸਰੀਰ ਨੂੰ ਲੈ ਕੇ ਚੱਲਦਾ ਹੈ, ਜਿਹੜਾ ਸਵੇਰੇ ਇਹਦੇ ਵਿੱਚ ਆਉਂਦਾ ਹੈ ਤੇ ਰਾਤ ਨੂੰ ਇਹਨੂੰ ਛੱਡ ਕੇ ਵਾਪਸ ਚਲਾ ਜਾਂਦਾ। ਜਦੋਂ ਤੁਹਾਡੇ ਕੋਲ ਮੌਕਾ ਸੀ, ਜਦੋਂ ਸਮਾਂ ਸੀ, ਜਦੋਂ ਵੇਲਾ ਸੀ, ਉਹ ਤਾਂ ਰੋਜ਼ ਜਾਂਦਾ ਸੀ। ਜਦੋਂ ਤੁਹਾਡੇ ਕੋਲ ਵਾਰੀ ਮੌਕਾ ਸੀ, ਤੁਸੀਂ ਉਹਦੀ ਪਹਿਚਾਣ ਕਰ ਸਕਦੇ ਸੀ, ਉਦੋਂ ਤਾਂ ਪਹਿਚਾਣ ਕੀਤੀ ਨਹੀਂ ਵੀ ਉਹ ਕੌਣ ਹੈ ਜਿਹੜਾ ਇਹਦੇ ਅੰਦਰ ਵੱਸਦਾ, ਜਿਹੜਾ ਇਸ ਸਰੀਰ ਨੂੰ ਲੈ ਕੇ ਚੱਲਦਾ ਹੈ। ਤੇ ਜਦੋਂ ਉਹ ਚਲਾ ਗਿਆ ਇਹਨੂੰ ਛੱਡ ਕੇ, ਉਦੋਂ ਰੋਂਦੇ ਨੇ। ਤੇ ਜਿਹੜੇ ਚਮੜੇ ਨੂੰ ਪਿਆਰ ਕਰਦੇ ਸੀ, ਉਹ ਚਮੜਾ ਵੀ ਨਹੀਂ ਫਿਰ ਅਸੀਂ ਆਪਦੇ ਘਰ ਰੱਖਦੇ ਉਹਨੂੰ ਵੀ, ਕਿਉਂਕਿ ਉਹਦੇ ਵਿੱਚੋਂ ਜਦ ਤੱਕ ਤਾਂ ਜੀਵ ਵੱਸਦਾ ਉਹਨਾਂ ਸਮਾਂ ਤਾਂ ਉਹ ਠੀਕ ਠਾਕ ਹੈ, ਨਹੀਂ ਤਾਂ ਉਹ ਆਪਾਂ ਦੇਖਦੇ ਹਾਂ ਵੀ ਇਹਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ। ਫਿਰ ਇਹਨੂੰ ਅਸੀਂ ਰੱਖ ਨਹੀਂ ਸਕਦੇ, ਇਹਨੂੰ ਅਸੀਂ ਆਪਦੇ ਹੱਥੀਂ ਸੰਸਕਾਰ ਕਰੇ ਆਉਂਦੇ। ਹੁਣ ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਹੁਣ ਵੇਲਾ, ਹੁਣ ਮੌਕਾ ਹੈ, ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਵੱਸਦਾ ਕੌਣ ਹੈ, ਵੀ ਉਹ ਕੌਣ ਹੈ ਜਿਹੜਾ ਸਵੇਰੇ ਸਰੀਰ ਦੇ ਵਿੱਚ ਆਉਂਦਾ ਹੈ, ਇਹਨੂੰ ਲੈ ਕੇ ਚੱਲਦਾ ਹੈ, ਤੇ ਜਦੋਂ ਰਾਤ ਹੁੰਦੀ ਹੈ ਉਦੋਂ ਇਹ ਸਰੀਰ ਨਹੀਂ ਚੱਲਦਾ, ਕਿਉਂਕਿ ਜਿਹੜਾ ਇਹਨੂੰ ਚਲਾਉਣ ਵਾਲਾ ਸੀ ਉਹ ਇਹਨੂੰ ਛੱਡ ਕੇ ਚਲਾ ਗਿਆ। ਉਹ ਹੈ ਮਨ, ਉਹਨੂੰ ਮਨ ਕਹਿੰਦੇ। ਹੁਣ ਮਨ ਹੈ ਜਿਹੜਾ ਉਹ ਜੋਤ ਸਰੂਪ ਪ੍ਰਕਾਸ਼ ਰੂਪ ਹੈ। ਪਹਿਲਾਂ ਅਸੀਂ ਅੱਗੇ ਦੀ ਅੱਗੇ ਤੁਰੇ ਆ ਰਹੇ ਹਾਂ, ਆਕਾਰਾਂ ਦੇ ਵਿੱਚ ਸਾਨੂੰ ਇਹ ਘਰ ਮਿਲਦੇ ਰਹੇ, ਜਿਵੇਂ ਹੁਣ ਇਹ ਸਾਨੂੰ ਮਾਨਸ ਜਾਮਾ ਇਹ ਘਰ ਮਿਲੇ ਹੈ। ਪਹਿਲਾਂ ਸਾਨੂੰ ਹੋਰ ਘਰ ਮਿਲੇ, ਵਿੱਚ ਦੀ ਮਾਨਸ ਜਾਮਾ ਵੀ ਮਿਲਦਾ ਰਿਹਾ, ਤੇ ਹੋਰਾਂ ਜੂਨਾਂ, ਹੋਰਾਂ ਆਕਾਰਾਂ ਦੇ ਵਿੱਚ, ਹੋਰਾਂ ਘਰਾਂ ਦੇ ਵਿੱਚ ਦੀ ਵੀ ਆਪਾਂ ਹੁੰਦੇ ਆ ਰਹੇ। ਹੁਣ ਕਿਹੜੇ ਕਿਹੜੇ ਘਰਾਂ ਦੇ ਵਿੱਚ ਅਸੀਂ ਰਹੇ, ਫਿਰ ਸਾਨੂੰ ਦੱਸਦੇ ਵੀ ਕਈ ਵਾਰ ਅਸੀਂ ਪੱਥਰ ਬਣੇ, ਪਹਾੜ ਬਣ ਕੇ, ਪੱਥਰ ਬਣ ਕੇ ਖੜੇ ਰਹੇ, ਉਹ ਵੀ ਘਰ ਹੈ। ਕਈ ਜਨਮ ਅਸੀਂ ਕੀੜੇ ਮਕੌੜੇ ਬਣਦੇ ਰਹੇ, ਸੱਪ ਬਣਦੇ ਰਹੇ। ਕਈ ਵਾਰ ਅਸੀਂ ਮਾਨਸ ਜਾਮਾ ਮਿਲਦਾ, ਅਸੀਂ ਜੋਗੀ ਬਣ ਜਾਂਦੇ, ਭਿਖਾਰੀ ਬਣ ਜਾਂਦੇ। ਕਈ ਵਾਰ ਅਸੀਂ ਰਾਜੇ ਬਣ ਜਾਂਦੇ, ਸਾਡੇ ਉੱਤੇ ਛਤਰ ਝੁੱਲਦਾ। ਇਹ ਅਸੀਂ ਗਾਂ ਦੀ ਗਾਂ ਇਹਨਾਂ ਘਰਾਂ ਦੇ ਵਿੱਚ ਦੀ ਹੁੰਦੇ ਯਾਰ ਜੀ।
ਮਾਰੇ ਫਰਮਾਉਂਦੇ ਅਸਥਾਵਰ ਜੰਗਮ ਕੀਟ ਪਤੰਗਾ। अनेक जन्म किए बहु रंगा ऐसे घर हम बहुत बसाई। जब हम राम गर्भ होए आई। भी इन्हां घरां दे विच दी असीं हुंदे आ रहे हैं ते हुण सानूं आह घर मिल गए। हुण आवा नूं कहिंदे भी ये घर मिल तां गया, तुसीं ये ना समझो भी ये हुण सदा ही असीं इहदे विच रवांगे। भी जिवें पहिलां भी सानूं वो घर मिलते रहे ते असीं वो घरां दे विचों अगे दी अगे तुरे आ रहे हैं, ते जे असीं हुण आपदे असल घर की पहचान ना कीती ये असीं वापस फिर मुड़ जाएंगे, सानूं फिर होर कोई घर दे देणगे, फिर असीं उहदे विच चले जावांगे। हुण ये जिहड़ा घर बदलदा आ रहे आपां ओह ਉਹਨੂੰ ਕਹਿੰਦੇ ਮਨ, ਜਿਹੜਾ ਕਿ ਜੋਤ ਸਰੂਪ ਪ੍ਰਕਾਸ਼ ਰੂਪ। ਤਾਈਓ ਹੁਣ ਸਾਨੂੰ ਮੌਕਾ ਵਾਰੀ ਦਿੱਤੀ ਜਾਂਦੀ ਵੀ ਹੁਣ ਤੁਸੀਂ ਆਪਣੇ ਆਪੇ ਦੀ ਪਹਿਚਾਣ ਕਰੋ ਤੇ ਆਪਦੇ ਮੂਲ ਦੀ ਪਹਿਚਾਣ ਕਰੋ ਵੀ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤੇ ਕਿੱਥੋਂ ਤੁਸੀਂ ਪੈਦਾ ਹੋਏ। ਮਹਾਰਾਜ ਫਰਮਾਉਂਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। मन हर जी तेरे नाल है गुरमती रंग मान। सतगुरु सानू कहंदे भी तुसी जोत स्वरूप, तुसी प्रकाश रूप हो, तुसी पहचान करो अपनी आपे दी। हुण ये मन की असी खोज करनी भी जदों असी ये तन नूं छड्डदे हां ते मन कित्थे जांदा। जिवें हुण रात पैंदी आपां सौ जाने, सौण तो मगरों असीं कित्थे जाने तन नूं जदों छड्ड दिंदे। ये फिर असीं खोज करनी अपने आपे दी मन दी ते करनी असीं गुरबाणी गुरु द्वारा। जिन्हां गुरमुखां ने खोज कीती उन्हां ने खोज करके फिर आपां नूं दस दित्ता सारा कुछ। ये आपां नूं कहंदे तुसीं भी खोजो। की खोजना? महाराज कहते इस मन को कोई खोजो भाई, तन छोटे मन कहाँ समाई। ये मन की खोज करो भी जदों ये तन नूं छड्डदा है कित्थे जाके समाउंदा। और आपां रात नूं ये तन नूं छड्ड जांगे तो कित्थे जावांगे। ये असीं खोज करनी, ये असीं लभना हुण भाल करनी। जे असीं ये मन की खोज करांगे तो असीं वो घर लभ लांगे फिर जिथे ये जाके समाउंदा। कित्थे जांदा ये देह छड्डण तो मगरों, कित्थे जांदा, किहड़े राह जांदा। जिहड़े गुरमुखां ने खोज कीती उन्होंने खोज करके आपां नूं दस दित्ता भी दो राह ने, एक लिव दा दूसरा धार दा। जिहड़ा तां लिव दा रस्ता है गुरमुखां दा रस्ता। जदों गुरमुख चलदे लिव दे रस्ते ते वो सीधा आपदे घर चले जाते, मालक नाल उन्हां दा मिलाप हो जांदा। जिहड़ा दूजा रस्ता वो धार दा, वो मरमुखां दा रस्ता। वो अगे जूना च जांदा, अगे आकारां दे विच जांदा। ये दो ही राह ने। सतगुरु कहंदे तीजा होर कोई राह नहीं है। लिव धार दो राहो है हुक्मी कार कमाई। हुण आपां नूं कहिंदे भी तुसीं ये लिव दा मार्ग है जिहड़ा इहदे ते चलो, इहनूं संत मार्ग कहंदे। साडे घर नूं जिहड़ा रस्ता जांदा परमात्मा नूं मिलाप दा रस्ता। हुण ये रस्ते ते सानूं सतगुरु तोरदे ते ये रस्ते दा भेद सानूं तां आउणा जे असीं सतसंगत करांगे। जदों असीं सतसंगत करांगे फिर सानूं सतगुरु जो रस्ता दसदे असीं वो रस्ते ते चलांगे, फिर असीं मालक नाल मिलाप कर सकते हैं। तो इहो सानूं सारिआं नूं कहिंदे भी जे तुसीं आपदे आप नूं कहंदे हो भी असीं सिੱਖ हां ते जे तुसीं सिੱਖ हो तो फिर गुरु की सिੱਖਿਆ लैके गुरु के दसे हुए मार्ग के उत्ते चलो। फरमाउंदे ने गुर सिख मीत चलो गुर चाली, जो गुर कहे सोई भल मानो हर हर कथा निराली।
ਬਈ ਜੋ ਗੁਰੂ ਕਹਿ ਰਿਹਾ ਉਹਨੂੰ ਭਲਾ ਭਲਾ ਕਰਕੇ ਮੰਨੋ ਤੇ ਇਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੋ। ਹੁਣ ਗੁਰਬਾਣੀ ਗੁਰੂ ਨੂੰ ਮੰਨਣਾ ਕੀ ਹੈ? ਗੁਰਬਾਣੀ ਗੁਰੂ ਨੂੰ ਮੰਨਣਾ ਇਕੱਲਾ ਇਹ ਨਹੀਂ ਹੈ ਵੀ ਅਸੀਂ ਗੁਰੂ ਘਰ ਆਈਏ ਤੇ ਆ ਕੇ ਮੱਥਾ ਟੇਕੀਏ ਤੇ ਅਸੀਂ ਆਖੀਏ ਵੀ ਅਸੀਂ ਤਾਂ ਮੰਨਦੇ ਹਾਂ ਜੀ। ਮੰਨਣ ਦਾ ਭਾਵ ਇਹ ਹੁੰਦਾ ਵੀ ਜੋ ਗੁਰੂ ਕਹਿ ਰਹੇ ਆ ਉਹਨਾਂ ਦੇ ਬਚਨਾਂ ਨੂੰ ਮੰਨਣਾ। ਜਦੋਂ ਹੁਣ ਆਪਾਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ ਸਿਮਰਨ ਕਰਾਂਗੇ, ਸਿਮਰਨ ਅਭਿਆਸ ਕਰਕੇ ਅਸੀਂ ਮਨ ਨੂੰ ਜਗਾ ਲਾਂਗੇ ਤੇ ਸਾਡੇ ਅੰਦਰ ਨਾਮ ਪ੍ਰਗਟ ਹੋ ਜਾਏਗਾ, ਅਸੀਂ ਨਾਮ 'ਚ ਸਮਾ ਜਾਵਾਂਗੇ। ਫਿਰ ਸਾਡਾ ਜਨਮ ਮਰਨ ਖੰਡਨ ਹੋ ਜਾਏਗਾ, ਅਸੀਂ ਆਪਦੇ ਘਰ 'ਚ ਆਉਣ ਜਾਣ ਬਣਾ ਲਾਂਗੇ ਤੇ ਫਿਰ ਅਸੀਂ ਆਖਾਂਗੇ ਵੀ ਅਸੀਂ ਹੁਣ ਗੁਰਬਾਣੀ ਗੁਰੂ ਨੂੰ ਮੰਨ ਲਏ। ਬਈ ਜਿੱਥੇ ਸਾਨੂੰ ਗੁਰਬਾਣੀ ਗੁਰੂ ਪਹੁੰਚਣ ਨੂੰ ਕਹਿ ਰਹੇ ਸੀ ਅਸੀਂ ਉੱਥੇ ਪਹੁੰਚ ਗਏ। ਅਸੀਂ ਆਪਦੇ ਘਰ ਦੇ ਵਿੱਚ ਆਉਣ ਜਾਣ ਬਣਾ ਲਿਆ ਦਰਗਾਹ ਦੇ ਵਿੱਚ। ਸਾਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਰਹੇ ਸੀ, ਅਸੀਂ ਉਹਦੇ ਚਰਨਾਂ ਦੇ ਨਾਲ ਜੁੜ ਗਏ ਨਾਮ ਤੇ ਫਿਰ ਆਖਾਂਗੇ ਗੁਰਬਾਣੀ ਗੁਰੂ ਨੂੰ ਮੰਨ ਲਿਆ। ਹੁਣ ਜਿਹਨੂੰ ਸੰਸਾਰ ਕਹਿੰਦਾ ਵੀ ਅਸੀਂ ਮੰਨਦੇ, ਉਹ ਅਸਲ ਦੇ ਵਿੱਚ ਮੰਨਣਾ ਕੀ ਹੈ? ਉਹ ਜੀਵ ਆਪਦੇ ਸਵਾਰਥ ਨੂੰ ਮੰਨਦਾ, ਗੁਰੂ ਦੀ ਮੱਤ ਲੈ ਕੇ ਗੁਰੂ ਨੂੰ ਨਹੀਂ ਮੰਨਦਾ, ਆਪਦੀ ਮੱਤ ਦੁਆਰਾ ਮੰਨਦਾ ਹੈ। ਜੋ ਗੁਰੂ ਕਾਰ ਕਰਨ ਨੂੰ ਕਹਿ ਰਿਹਾ ਉਹ ਨਹੀਂ ਕਮਾਉਂਦਾ ਕਾਰ, ਆਪਦੀ ਮੱਤ ਦੁਆਰਾ ਚੱਲਦਾ। ਸਤਿਗੁਰਾਂ ਨੇ ਇਹੋ ਸਮਾਂ ਦੇਖਦੇ ਹੋਏ ਕਲਯੁੱਗ ਦਾ, ਗੁਰੂ ਨਾਨਕ ਪਾਤਸ਼ਾਹ ਨੇ ਜੋ ਭਵਿੱਖਬਾਣੀ ਕੀਤੀ ਹੈ ਬਈ ਆਉਣ ਵਾਲਾ ਸਮਾਂ ਜਿਹੜਾ ਇੱਦਾਂ ਦਾ ਹੋਏਗਾ, ਜੀਵ ਸ਼ਾਸਤਰਾਂ ਨੂੰ, ਵੇਦਾਂ ਨੂੰ ਜਾਂ ਗੁਰਬਾਣੀ ਗੁਰੂ ਨੂੰ ਮੰਨਣਗੇ ਨਹੀਂ, ਵੀ ਇਹ ਆਪਦੀ ਮੱਤ ਦੁਆਰਾ ਚੱਲਣਗੇ ਤੇ ਪੂਜਾ ਕਰਨਗੇ ਆਪਦੀ ਮੱਤ ਦੁਆਰਾ ਤੇ ਆਖਣਗੇ ਵੀ ਅਸੀਂ ਮੰਨਦੇ ਹਾਂ ਜੀ। ਮਹਾਰਾਜ ਕਹਿੰਦੇ ਸਾਸਤ ਵੇਦ ਨਾ ਮਾਨੇ ਕੋਈ, ਆਪੋ ਆਪੇ ਪੂਜਾ ਹੋਵੇ। ਵੀ ਗੁਰਬਾਣੀ ਗੁਰੂ ਨੂੰ ਮੰਨਣਗੇ ਨਹੀਂ, ਆਪਣੀ ਮੱਤ ਦੁਆਰਾ ਪੂਜਾ ਕਰਨਗੇ। ਫਿਰ ਜਿਹੜੀ ਕਾਰ ਗੁਰੂ ਆਖੇਗਾ ਉਹ ਤਾਂ ਕਰਨਗੇ ਨਹੀਂ, ਜੋ ਗੁਰੂ ਬਚਨ ਆਖੇਗਾ ਉਹ ਬਚਨਾਂ ਨੂੰ ਤਾਂ ਮੰਨਣਗੇ ਨਹੀਂ। ਤੇ ਜਦੋਂ ਅਸੀਂ ਉਹਨਾਂ ਬਚਨਾਂ ਨੂੰ ਮੰਨਾਂਗੇ ਨਹੀਂ, ਕਮਾਵਾਂਗੇ ਨਹੀਂ, ਤੇ ਫਿਰ ਅਸੀਂ ਆਖਾਂਗੇ ਵੀ ਅਸੀਂ ਸੁਖੀ ਹੋ ਜਾਈਏ, ਤੇ ਸੁਖੀ ਕਿਵੇਂ ਹੋਵਾਂਗੇ? ਫਿਰ ਅਸੀਂ ਆਖੀਏ ਸਾਡੇ ਪਰਿਵਾਰਾਂ 'ਚ ਸ਼ਾਂਤੀ ਹੋਵੇ, ਸੁੱਖ ਹੋਵੇ, ਸਾਡੇ ਮਨ ਨੂੰ ਸੁੱਖ ਹੋਵੇ, ਫਿਰ ਨਹੀਂ ਸੁੱਖ ਮਿਲਣਾ, ਸ਼ਾਂਤੀ ਨਹੀਂ ਮਿਲਣੀ। ਬਈ ਜੋ ਗੁਰੂ ਆਖੇਗਾ ਉਹ ਜਦੋਂ ਮੰਨਣਗੇ ਨਹੀਂ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ, ਜੀਵ ਗੁਰੂ ਪਾਸ ਚੱਲ ਕੇ ਜਾਂਦੇ ਤੇ ਦੀਖਿਆ ਲੈਣ ਵਾਸਤੇ, ਬਈ ਗੁਰੂ ਪਾਸ ਜਾਂਦੇ, ਜਾ ਕੇ ਉਹਨਾਂ ਨੂੰ ਨਮਸਕਾਰ ਕਰਦੇ ਤੇ ਜੋ ਗੁਰੂ ਬਚਨ ਕਹਿੰਦਾ, ਜੋ ਗੁਰੂ ਉਪਦੇਸ਼ ਦਿੰਦਾ ਤੇ ਉਹ ਉਪਦੇਸ਼ ਨੂੰ ਮੰਨਦੇ, ਉਹਨੂੰ ਕਮਾਉਂਦੇ, ਉਹਨਾਂ ਬਚਨਾਂ ਤੇ ਪਹਿਰਾ ਦਿੰਦੇ। ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ 'ਚ ਕਲਯੁੱਗ ਦੇ ਵਿੱਚ ਇੱਦਾਂ ਨਹੀਂ ਹੋਏਗਾ। ਗੁਰੂ ਦਿਖਿਆ ਦੇਣ ਵਾਸਤੇ ਘਰੇ ਜਾਏਗਾ। ਜਿਵੇਂ ਆਪਾਂ ਹੁਣ ਦੇਖਦੇ ਹਾਂ ਵੀ ਸਤਿਗੁਰਾਂ ਨੂੰ ਜੀਵ ਘਰ ਲੈ ਜਾਂਦੇ, ਜਦੋਂ ਘਰ ਲੈ ਕੇ ਜਾਂਦੇ ਤੇ ਜੋ ਸਤਿਗੁਰੂ ਕਹਿੰਦੇ ਉਹ ਉਹਨਾਂ ਨੂੰ ਤਾਂ ਸੁਣਦੇ ਹੀ ਨਹੀਂ। ਜੋ ਸਤਿਗੁਰੂ ਬਚਨ ਕਰਦੇ ਉਹ ਬਚਨਾਂ ਨੂੰ ਨਹੀਂ ਸੁਣਦੇ, ਉਹ ਬਚਨਾਂ ਨੂੰ ਨਹੀਂ ਕਮਾਉਂਦੇ। ਮਹਾਰਾਜ ਕਹਿੰਦੇ ਗੁਰ ਦੀਖਿਆ ਦੇਵਨ ਘਰ ਜਾਈ, ਨਾ ਕੋ ਮੰਨੇ ਨਾ ਮਨ ਵਸਾਈ। ਬਈ ਗੁਰੂ ਘਰੇ ਦੇਖਿਆ ਦੇਣ ਜਾਏਗਾ, ਨਾ ਤਾਂ ਕੋਈ ਗੁਰੂ ਦੀ ਦੀਖਿਆ ਨੂੰ ਸੁਣੇਗਾ ਵੀ ਕਹਿੰਦੇ ਕੀ ਨੇ, ਤੇ ਨਾ ਇਹਨਾਂ ਨੂੰ ਸੁਣ ਕੇ ਮੰਨੇਗਾ ਤੇ ਨਾ ਕਮਾਏਗਾ। ਜਦੋਂ ਸੁਣ ਕੇ ਮੰਨਾਂਗੇ ਨਹੀਂ, ਕਮਾਵਾਂਗੇ ਨਹੀਂ, ਤੇ ਫੇਰ ਆਖੀਏ ਵੀ ਸਾਡਾ ਜੀਵਨ ਬਦਲੇ। ਤੇ ਮਹਾਰਾਜ ਕਹਿੰਦੇ ਜੀਵਨ ਕਿਵੇਂ ਬਦਲੇਗਾ, ਤੇ ਕਿਵੇਂ ਮਨਾਂ ਨੂੰ ਸੁੱਖ ਮਿਲੇਗਾ, ਕਿਵੇਂ ਸ਼ਾਂਤੀ ਆਏਗੀ? ਐਸੀ ਅਵਸਥਾ ਦੇ ਵਿੱਚ ਫਿਰ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਜੋ ਗੁਰੂ ਕਾਰ ਕਹਿ ਰਿਹਾ ਤੁਸੀਂ ਉਹ ਕਾਰ ਕਮਾਵੋ। ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੇ ਤਾਂ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ, ਸਿਮਰਨ ਕਰਾਂਗੇ, ਫਿਰ ਤਾਂ ਸਾਡਾ ਮਨ ਮੰਨਣ ਦੀ ਅਵਸਥਾ ਦੇ ਵਿੱਚ ਆਏਗਾ। ਜੇ ਹੁਣ ਜੀਵ ਸਿਮਰਨ ਨਹੀਂ ਕਰੇਗਾ, ਨਹੀਂ ਸਤਸੰਗਤ ਕਰੇਗਾ, ਤੇ ਉਹ ਮੰਨਣ ਦੀ ਅਵਸਥਾ 'ਚ ਆਏਗਾ ਹੀ ਨਹੀਂ।
ਜੇ ਉਹ ਮੰਨੇਗਾ ਨਹੀਂ ਤੇ ਫਿਰ ਮਹਾਰਾਜ ਕਹਿੰਦੇ ਵੀ ਸਤਿਗੁਰ ਨੂੰ ਕੋਈ ਦੋਸ਼ ਨਹੀਂ ਹੈ। ਫਿਰ ਅਸੀਂ ਸਤਿਗੁਰ ਨੂੰ ਦੋਸ਼ ਦਈਏ, ਗੁਰੂ ਨੂੰ ਦੋਸ਼ ਦਈਏ, ਤੇ ਗੁਰੂ ਦਾ ਕੀ ਦੋਸ਼ ਹੈ, ਸਤਿਗੁਰ ਦਾ ਕੀ ਦੋਸ਼ ਹੈ, ਜਦੋਂ ਸਿੱਖਾਂ ਨੇ ਮਹਾਰਾਜ ਕਹਿੰਦੇ ਵੀ ਕਹਿਣਾ ਹੀ ਨਹੀਂ ਮੰਨਣਾ। ਫਿਰ ਐਸੀ ਅਵਸਥਾ 'ਚ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮਾਹੀ ਚੂਕ, ਆਂਦੇ ਏਕ ਨਾ ਲੱਗੇ ਜਿਉਂ ਬਾਂਸ ਵਜਾਈਏ ਫੂਕ। ਮਹਾਰਾਜ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ, ਵੀ ਜਦੋਂ ਸਿੱਖਾਂ ਨੇ ਆਖੇ ਤਾਂ ਲੱਗਣਾ ਨਹੀਂ, ਕਹਿਣਾ ਤਾਂ ਮੰਨਣਾ ਨਹੀਂ, ਤੇ ਫਿਰ ਆਖਣ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੈ, ਸਾਨੂੰ ਸੁੱਖ ਨਹੀਂ ਮਿਲਿਆ ਜੀ। ਤੇ ਸੁੱਖ ਮਿਲੇ ਕਿਵੇਂ, ਜਦੋਂ ਵਚਨ ਹੀ ਨਹੀਂ ਕਮਾਉਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰੀ ਜਿਹੜੀ ਕਹਾਣੀ ਹੈ ਵਚਨ ਮੰਨਣ ਦੀ ਹੈ। ਵੀ ਜੋ ਗੁਰੂ ਸਾਨੂੰ ਕਾਰ ਕਹਿ ਰਹੇ, ਜੇ ਤਾਂ ਅਸੀਂ ਇਹਨਾਂ ਦੀ ਦੱਸੀ ਹੋਈ ਕਾਰ ਕਮਾਵਾਂਗੇ, ਜੇ ਤਾਂ ਅਸੀਂ ਸਿਮਰਨ ਭਗਤੀ ਕਰਾਂਗੇ, ਫਿਰ ਤਾਂ ਸਾਡੇ ਮਨਾਂ ਨੂੰ ਸੁੱਖ ਮਿਲੇਗਾ, ਸ਼ਾਂਤੀ ਆਏਗੀ। ਨਹੀਂ ਤਾਂ ਸੰਸਾਰ ਦੇ ਵਿੱਚ ਫਿਰ ਆਪਾਂ ਦੇਖਦੇ ਹੀ ਹਾਂ ਵੀ ਜੀਵ ਕਿਵੇਂ ਦੁਖੀ ਨੇ, ਕਿਵੇਂ ਅਸ਼ਾਂਤ ਨੇ ਉਹਨਾਂ ਦੇ ਮਨ, ਕਿਵੇਂ ਫਿਰ ਉਹ ਦੁਰਮਤ ਦੀ ਅਗਨ ਦੇ ਵਿੱਚ ਜਲਦੇ ਨੇ, ਸੜਦੇ ਨੇ। ਹੁਣ ਜਿਹੜਾ ਆਪ ਹੀ ਦੁਰਮਤ ਦੀ ਅਗਨ ਦੇ ਵਿੱਚ ਜਲ ਰਿਹਾ, ਸੜ ਰਿਹਾ, ਤੇ ਉਹ ਤੋਂ ਆਪਾਂ ਸੁੱਖ ਦੀ ਆਸ ਰੱਖੀਏ, ਉਦੋਂ ਆਪਾਂ ਨੂੰ ਸੁੱਖ ਕਿੱਥੋਂ ਮਿਲੇਗਾ। ਜਿਹੜਾ ਆਪ ਹੀ ਸੜ ਰਿਹਾ ਉਹ ਤਾਂ ਦੂਸਰੇ ਨੂੰ ਵੀ ਸਾੜੇਗਾ ਹੀ, ਉਹ ਕਿਸੇ ਨੂੰ ਸੁੱਖ ਤਾਂ ਦੇ ਨਹੀਂ ਸਕਦਾ। ਹੁਣ ਇਸ ਕਰਕੇ ਮਹਾਰਾਜ ਸਮਝਾਉਂਦੇ ਵੀ ਜੇ ਤੁਸੀਂ ਕਿਸੇ ਨੂੰ ਹੋਰ ਸੁੱਖ ਦੇਣਾ ਚਾਹੁੰਦੇ ਹੋ, ਪਹਿਲਾਂ ਤੁਸੀਂ ਆਪ ਸੁਖੀ ਹੋ। ਜਿਹੜੀ ਚੀਜ਼ ਸਾਡੇ ਘਰ ਦੇ ਵਿੱਚ ਹੋਵੇ ਉਹੀਓ ਅਸੀਂ ਕਿਸੇ ਨੂੰ ਦੂਸਰੇ ਨੂੰ ਦੇ ਸਕਦੇ। ਜਿਹੜੀ ਚੀਜ਼ ਸਾਡੇ ਘਰ ਦੇ ਵਿੱਚ ਹੈ ਹੀ ਨਹੀਂ, ਸਾਡੇ ਕੋਲ ਹੈ ਹੀ ਨਹੀਂ, ਉਹ ਅਸੀਂ ਕਿਸੇ ਨੂੰ ਦੇਵਾਂਗੇ ਕਿਵੇਂ। ਹੁਣ ਜੇ ਅਸੀਂ ਖੁਦ ਹੀ ਦੁਖੀ ਹਾਂ, ਸਾਡਾ ਮਨ ਹੀ ਅਸ਼ਾਂਤ ਹੈ, ਸਾਡੇ ਮਨ ਦੇ ਵਿੱਚ ਹੀ ਦੁਬਦਾ ਵੈਰ ਵਿਰੋਧ ਭਰਿਆ ਹੋਇਆ ਹੈ, ਫਿਰ ਅਸੀਂ ਆਖੀਏ ਵੀ ਅਸੀਂ ਆਪਦੇ ਬੱਚਿਆਂ ਨੂੰ ਸੁੱਖ ਦਈਏ, ਅਸੀਂ ਆਪਦੇ ਪਰਿਵਾਰ ਨੂੰ ਸੁੱਖ ਦਈਏ, ਤੇ ਕਿਵੇਂ ਸੁੱਖ ਦੇਵਾਂਗੇ। ਸੁੱਖ ਤਾਂ ਅਸੀਂ ਤਾਂ ਦੇ ਸਕਦੇ ਜੇ ਸਾਡੇ ਕੋਲ ਸੁੱਖ ਹੋਏਗਾ। ਜਦੋਂ ਸਾਡੇ ਕੋਲ ਆਪਦੇ ਕੋਲ ਹੀ ਸੁੱਖ ਨਹੀਂ, ਸਾਡੇ ਮਨ ਨੂੰ ਆਪਦੇ ਹੀ ਸ਼ਾਂਤੀ ਨਹੀਂ, ਸਾਡਾ ਮਨ ਆਪ ਹੀ ਨਹੀਂ ਸਹਿਜ ਦੇ ਵਿੱਚ, ਤੇ ਅਸੀਂ ਕਿਸੇ ਨੂੰ ਕਿਵੇਂ ਸੁੱਖ ਦੇਵਾਂਗੇ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਪਹਿਲਾਂ ਤੁਸੀਂ ਆਪ ਸੁਖੀ ਹੋਵੋ। ਜਿਹੜਾ ਇਹ ਮਨ ਸਾਡਾ ਬੁਰਾ ਬਣ ਗਿਆ, ਜਿਹੜਾ ਇਹ ਦੁਬਦਾ ਵੈਰ ਵਿਰੋਧ 'ਚ ਚਲਾ ਗਿਆ ਹੈ, ਮਹਾਰਾਜ ਕਹਿੰਦੇ ਵੀ ਪਹਿਲਾਂ ਤੁਸੀਂ ਇਹ ਬੁਰੇ ਮਨ ਦਾ ਭਲਾ ਕਰ, ਤੇ ਇਹਦਾ ਭਲਾ ਹੋਣਾ ਸਿਮਰਨ ਕਰਕੇ, ਗੁਰੂ ਦੀ ਮੱਤ ਲੈ ਕੇ, ਉੱਦਾਂ ਇਹਦਾ ਭਲਾ ਨਹੀਂ ਹੋ ਸਕਦਾ। ਮਹਾਰਾਜ ਤਾਈਆਂ ਫਰਮਾਉਂਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਈ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਈ। ਬਈ ਇਹ ਜਿਹੜਾ ਮਨ ਸਾਡਾ ਬੁਰਾ ਹੋ ਗਿਆ, ਬੁਰੇ ਦਾ ਭਲਾ ਕਰਨਾ, ਤੇ ਭਲਾ ਹੋਣਾ ਗੁਰੂ ਦੀ ਮੱਤ ਲੈ ਕੇ, ਫੇਰ ਹੀ ਭਲਾ ਕਰ ਸਕਦੇ। ਜਿਵੇਂ ਹੁਣ ਸੰਸਾਰ 'ਚ ਜੀਵ ਕਹਿੰਦਾ ਵੀ ਭਲਾਈ ਕਰੋ ਜੀ, ਸੰਸਾਰ ਦੇ ਵਿੱਚ ਭਲਾਈ ਤਾਂ ਅਸੀਂ ਤਾਂ ਹੀ ਕਰਾਂਗੇ ਜੇ ਅਸੀਂ ਪਹਿਲਾਂ ਆਪਦਾ ਭਲਾ ਕਰ ਸਕਾਂਗੇ। ਤੇ ਜੇ ਅਸੀਂ ਆਪਦਾ ਹੀ ਨਹੀਂ ਭਲਾ ਕਰਦੇ ਕਿ ਅਸੀਂ ਕਿਸੇ ਦੂਜੇ ਦਾ ਕਿਵੇਂ ਭਲਾ ਕਰਾਂਗੇ। ਹੁਣ ਜਿਵੇਂ ਸੰਸਾਰ ਦੇ ਵਿੱਚ ਸਾਰਾ ਖੇਲ ਹੈ ਜਿਹੜਾ ਇਹ ਉਲਟ ਚੱਲਦਾ, ਪੁੱਠਾ ਚੱਲਦਾ, ਗੁਰਬਾਣੀ ਗੁਰੂ ਜੀ ਆਪਾਂ ਨੂੰ ਸਿੱਧਾ ਦੱਸੀ। ਸਤਿਗੁਰੂ ਆਪਾਂ ਨੂੰ ਸਮਝਾਉਂਦੇ ਜਿਵੇਂ ਸੰਸਾਰ 'ਚ ਜੀਵ ਕਹਿੰਦਾ ਹੈ ਬਈ ਅਸੀਂ ਜੀ ਬਹੁਤ ਭਲੇ ਕੰਮ ਕਰਦੇ, ਅਸੀਂ ਬਹੁਤ ਪੁੰਨ ਦਾਨ ਕਰਦੇ। ਹੁਣ ਪੁੰਨ ਦਾਨ ਹੈ ਜਿਹੜਾ ਉਹ ਅਕਲ ਦੁਆਰਾ ਕੀਤਾ ਜਾਂਦਾ, ਪੁੰਨ ਦਾਨ ਮਨ ਦੇ ਉੱਤੇ ਹੁੰਦਾ। ਮਹਾਰਾਜ ਕਹਿੰਦੇ ਵੀ ਪੁੰਨ ਦਾਨ ਕੀ ਹੈ ਤੇ ਕਿਹੜਾ ਅਸੀਂ ਪੁੰਨ ਦਾਨ ਕਰਨਾ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ। ਉਹ ਫਿਰ ਆਪਾਂ ਨੂੰ ਦੱਸਦੇ ਵੀ ਪੁੰਨ ਕਲਯੁਗ ਦੇ ਸਮੇਂ ਦੇ ਵਿੱਚ ਇਹ ਹੈ ਪਰਮਾਤਮਾ ਦਾ ਸਿਮਰਨ ਕਰਨਾ, ਸਿਮਰਨ ਆਪ ਵੀ ਕਰਨਾ ਤੇ ਅੱਗੇ ਕਰਾਉਣਾ। ਇਹ ਕਲਯੁਗ ਦੇ ਵਿੱਚ ਪੁੰਨ ਹੈ। ਕਾਲਮੇ ਇਹੋ ਪੁੰਨ ਗੁਣ ਗੋਬਿੰਦ ਗਾਏ।
ਵੀ ਕਲਯੁਗ ਦੇ ਵਿੱਚ ਪੁੰਨ ਕੀ, ਸਤਿਗੁਰੂ ਕਹਿੰਦੇ ਪਰਮਾਤਮਾ ਦੇ ਗੁਣ ਗਾਉਣੇ, ਮਾਲਕ ਦਾ ਸਿਮਰਨ ਕਰਨਾ ਕਰਾਉਣਾ, ਇਹ ਸਭ ਤੋਂ ਵੱਡਾ ਪੁੰਨ ਹੈ। ਹੁਣ ਇਹ ਪੁੰਨ ਅਸੀਂ ਕਿੰਨਾ ਕੁ ਕਰਦੇ ਹਾਂ ਵੀ ਜਿਹੜਾ ਅਸੀਂ ਆਖੀਏ ਵੀ ਅਸੀਂ ਤਾਂ ਬਹੁਤ ਪੁੰਨ ਕਰਦੇ ਹਾਂ, ਵੀ ਕਿੰਨਾ ਕੁ ਅਸੀਂ ਸਿਮਰਨ ਕਰਦੇ ਹਾਂ ਜਾਂ ਕਿੰਨਾ ਕੁ ਅਸੀਂ ਕਰਾਉਂਦੇ ਹਾਂ, ਫਿਰ ਤਾਂ ਅਸੀਂ ਪੁੰਨ ਕਰਦੇ ਹਾਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ। ਜੇ ਅਸੀਂ ਆਪ ਹੀ ਨਹੀਂ ਸਿਮਰਨ ਕਰ ਰਹੇ ਅਤੇ ਜੇ ਅਸੀਂ ਅੱਗੇ ਕਿਸੇ ਨੂੰ ਕਹਿ ਹੀ ਨਹੀਂ ਰਹੇ ਸਿਮਰਨ ਕਰਨ ਨੂੰ, ਪ੍ਰੇਰ ਹੀ ਨਹੀਂ ਰਹੇ, ਅਤੇ ਫਿਰ ਆਪਾਂ ਪੁੰਨਦਾਨ ਨਹੀਂ ਕਰ ਰਹੇ। ਫਿਰ ਆਪਾਂ ਨੂੰ ਮਹਾਰਾਜ ਗੁਰਬਾਣੀ ਗੁਰੂ 'ਚ ਦੱਸਦੇ ਵੀ ਜਿਹਨੂੰ ਅਸੀਂ ਉੱਥੇ ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ ਮਹਾਰਾਜ ਬਈ ਇਹਨੂੰ ਫਿਰ ਪੁੰਨਦਾਨ ਨਹੀਂ ਕਹਿੰਦੇ। ਪੁੰਨਦਾਨ ਮਹਾਰਾਜ ਦੱਸਦੇ ਵੀ ਕੀ ਹੁੰਦਾ, ਬਈ ਜਿਹਨੂੰ ਸੰਸਾਰ ਦੇ ਵਿੱਚ ਜੀਵ ਕਹਿੰਦਾ ਪੁੰਨਦਾਨ, ਵੀ ਇਹ ਤਾਂ ਸਾਰਾ ਕੁਝ ਇੱਥੇ ਦਾ ਇੱਥੇ ਹੀ ਰਹਿ ਜਾਂਦਾ, ਇਹ ਸਰੀਰ ਵੀ ਇੱਥੇ ਹੀ ਰਹਿ ਗਏ। ਸਰੀਰ ਦੇ ਨਾਲ ਜਿਹੜੇ ਅਸੀਂ ਇੱਥੇ ਸੁੱਖ ਸਾਧਨ ਇਕੱਠੇ ਕੀਤੇ ਹੋਏ ਵੀ ਇੱਥੇ ਦੇ ਇੱਥੇ ਹੀ ਰਹਿ ਜਾਂਦੇ। ਜਦੋਂ ਅਸੀਂ ਇੱਥੋਂ ਜਾਣਾ, ਇੱਥੋਂ ਸਾਡੇ ਮਰਨੇ ਜਾਣਾ, ਸੁਰਤੀ ਨੇ ਜਾਣਾ। ਅਤੇ ਇਹ ਜਿਹੜੇ ਪੁੰਨਦਾਨ ਅਸੀਂ ਸੰਸਾਰ 'ਚ ਕਹਿੰਦੇ ਬਹੁਤ ਕਰਦੇ ਹਾਂ, ਇਹਦਾ ਸਾਨੂੰ ਜਾ ਕੇ ਲੇਖਾ ਧਰਮ ਰਾਏ ਨੂੰ ਦੇਣਾ ਹੀ ਪੈਂਦਾ। ਅਸੀਂ ਇਹ ਕਰਕੇ ਛੁੱਟ ਨਹੀਂ ਸਕਦੇ। ਮਹਾਰਾਜ ਤਾਈਆਂ ਫਰਮਾਉਂਦੇ, ਕਹਿੰਦੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੋ ਜਾਈ, ਵੀ ਉਹਨਾਂ ਨੂੰ ਧਰਮ ਰਾਏ ਨੂੰ ਜਾ ਕੇ ਲੇਖਾ ਦੇਣਾ ਹੀ ਪੈਂਦਾ। ਹੁਣ ਗੁਰਬਾਣੀ ਗੁਰੂ 'ਚ ਜੋ ਪੁੰਨ ਦਾਨ ਕਹਿ ਰਹੇ ਵੀ ਪੁੰਨ ਤਾਂ ਇਹ ਹੈ ਪਰਮਾਤਮਾ ਦਾ ਸਿਮਰਨ ਕਰਨਾ ਕਰਾਉਣਾ, ਅਤੇ ਦਾਨ ਕੀ ਹੈ? ਦਾਨ ਇਹ ਵੀ ਕਿਸੇ ਭੁੱਲੇ ਹੋਏ ਜੀਵ ਨੂੰ ਰਸਤਾ ਦੱਸਣਾ, ਕਿਸੇ ਜੀਵ ਨੂੰ ਸੰਗਤ ਕਰਾਉਣੀ, ਸਿਮਰਨ ਕਰਾਉਣਾ, ਜੋ ਸਾਡੇ ਅੰਦਰ ਨਾਮ ਹੈ ਉਹ ਨਾਮ ਦਾ ਭੇਤ ਦੇਣਾ। ਮਹਾਰਾਜ ਕਹਿੰਦੇ ਇਹ ਦਾਨ, ਇਹ ਦਾਨ ਹੁਣ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਪੱਲੇ ਸਾਡੇ ਆਪਦੇ ਧਨ ਹੋਏਗਾ। ਜਿਵੇਂ ਸੰਸਾਰ 'ਚ ਜੀਵ ਕਹਿੰਦਾ ਅਸੀਂ ਤਾਂ ਬਹੁਤ ਪੁੰਨ ਦਾਨ ਕਰਦੇ ਹਾਂ, ਉਹੀਓ ਕਰਦਾ ਜਿਹਦੇ ਪੱਲੇ ਚੱਲ ਕੁਛ ਹੈਗਾ ਉਹ ਕਰਦੇ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਉੱਥੇ ਜਾ। ਇਸ ਲਈ ਆਪਾਂ ਨੂੰ ਕਹਿੰਦੇ ਵੀ ਉਹਦੇ ਵਾਸਤੇ ਸਾਡੇ ਪੱਲੇ ਪੁੰਨ ਦਾਨ ਕਰਨ ਲਈ ਸਾਡੇ ਪੱਲੇ ਆਪਦੇ ਧਨ ਹੋਣਾ ਜ਼ਰੂਰੀ। ਉਹ ਹੈ ਨਾਮ ਧਨ, ਨਾਮ ਦੀ ਕਮਾਈ ਜੇ ਅਸੀਂ ਕੀਤੀ ਹੋਏਗੀ ਤਾਂ ਫਿਰ ਅਸੀਂ ਅੱਗੇ ਦਾਨ ਕਰ ਸਕਦੇ। ਇਸ ਲਈ ਮਹਾਰਾਜ ਕਹਿੰਦੇ ਵੀ ਦਾਨ ਕਰਨ ਵਾਸਤੇ ਪਹਿਲਾਂ ਤੁਸੀਂ ਕੀ ਕਰੋ? ਕਹਿੰਦੇ ਪਹਿਲਾਂ ਤੁਸੀਂ ਆਪ ਸੰਗਤ ਕਰੋ, ਆਪ ਤੁਸੀਂ ਸਿਮਰਨ ਕਰੋ। ਤੁਸੀਂ ਆਪ ਪਹਿਲਾਂ ਸਾਧੂ ਜਨਾਂ ਦੀ ਧੂੜੀ ਲਓ। ਉਹ ਧੂੜੀ ਜਦੋਂ ਸਾਡੇ ਮਨ ਦੇ ਉੱਤੇ ਪਏਗੀ, ਹਿਰਦੇ 'ਤੇ ਸਾਡੇ ਮਨ ਦੀ ਮੈਲ ਉਤਰੇਗੀ, ਫਿਰ ਜੋ ਸਾਨੂੰ ਸਤਿਗੁਰੂ ਸਮਝਾਉਂਦੇ ਉਹ ਗਿਆਨ ਸਾਨੂੰ ਸੋਝੀ ਹੋਏਗੀ, ਨਾਮ ਦਾ ਭੇਦ ਆਏਗਾ, ਅਤੇ ਫਿਰ ਉਹ ਅੱਗੇ ਅਸੀਂ ਦਾਨ ਕਰਨਾ। ਮਹਾਰਾਜ ਇਸ ਲਈ ਫਰਮਾਉਂਦੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਵੀ ਅਸੀਂ ਆਪ ਪਹਿਲਾਂ ਸਿਮਰਨ ਕਰਨਾ ਅਤੇ ਆਪ ਨਾਮ ਤੱਕ ਪਹੁੰਚਣਾ, ਉਹਨੂੰ ਸੁਣਨਾ ਅਤੇ ਫਿਰ ਅੱਗੇ ਦਾਨ ਕਰਨ। ਹੁਣ ਇਹ ਕੀਤਾ ਹੋਇਆ ਦਾਨ, ਇਹਦੇ ਨਾਲ ਕੀ ਹੋਏਗਾ? ਇਹਦੇ ਨਾਲ ਸਾਡੇ ਅੰਦਰ ਗੁਮਾਨ ਨਹੀਂ ਆਏਗਾ। ਸੰਸਾਰੀ ਪੁੰਨ ਦਾਨ ਕਰਕੇ ਤਾਂ ਜੀਵ ਦੇ ਅੰਦਰ ਹਉਮੈ ਆ ਜਾਂਦੀ ਨਾ, ਹੰਕਾਰ ਆ ਜਾਂਦਾ। ਉਹ ਕਹਿੰਦਾ ਮੈਂ ਤਾਂ ਇੰਨਾ ਪੁੰਨ ਦਾਨ ਕੀਤਾ ਸੀ, ਇਹਦਾ ਮੈਨੂੰ ਫਲ ਕੀ ਮਿਲੇ? ਜੇ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ ਪੁੰਨ ਦਾਨ ਕਰਾਂਗੇ, ਇਹਦੇ ਨਾਲ ਸਾਡੇ ਅੰਦਰ ਗੁਮਾਨ ਨਹੀਂ ਆਏਗਾ, ਸਾਡੇ ਅੰਦਰ ਹਉਮੈ ਨਹੀਂ, ਹੰਕਾਰ ਨਹੀਂ ਆਏਗਾ। ਮਹਾਰਾਜ ਕਹਿੰਦੇ ਕਾਮ ਕ੍ਰੋਧ ਨਾ ਮੋਹੀਏ ਮਨ ਤੇ ਜਾਏ ਗੁਮਾਨ, ਵੀ ਇਹ ਦਾਨ ਕਰਨ ਦੇ ਨਾਲ ਸਾਡੇ ਅੰਦਰੋਂ ਗੁਮਾਨ ਖਤਮ ਹੋਣ, ਸਾਡੇ ਮਰਨੇ ਹੋਰ ਨੀਵਾਂ, ਹੋਰ ਨਿਮਾਣਾ ਹੋਣਾ, ਹੋਰ ਸਹਿਜ ਜਾਣਾ। ਸੋ ਇਸ ਵਾਸਤੇ ਕਹਿੰਦੇ ਵੀ ਪੁੰਨ ਦਾਨ ਜਿਹੜਾ ਉਹ ਵੀ ਅਕਲ ਦੁਆਰਾ ਕੀਤਾ ਜਾਂਦਾ, ਗੁਰੂ ਦੀ ਮੱਤ ਲੈ ਕੇ। ਪਹਿਲਾਂ ਅਸੀਂ ਆਪ ਗੁਰੂ ਤੋਂ ਪੁੱਛ ਕੇ ਆਪ ਸਿਮਰਨ ਕਰਨਾ, ਸਿਮਰਨ ਕਰਕੇ ਅਸੀਂ ਆਪ ਸੁੱਤੇ ਹੋਏ ਮਨ ਨੂੰ ਜਗਾਉਣਾ, ਫਿਰ ਗੁਰਬਾਣੀ ਗੁਰੂ ਦੀ ਖੋਜ ਕਰਨੀ,
ਤੇ ਖੋਜ ਕਰਕੇ ਪੜ੍ਹ ਕੇ ਵਿਚਾਰ ਕੇ ਫਿਰ ਅੱਗੇ ਜੀਵਾਂ ਨੂੰ ਭੇਤ ਦੇਣਾ, ਦੱਸਣਾ। ਇਹਨੂੰ ਮਹਾਰਾਜ ਦਾਨ ਕਹਿੰਦੇ। ਰਮਾਉਂਦੇ ਆਪਾਂ ਨੂੰ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਜੇ ਦਾਨ। ਕਹੇ ਨਾਨਕ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਮਹਾਰਾਜ ਦਾ ਕਹਿੰਦੇ ਰਾਹ ਇਹੀ ਹੈ ਵੀ ਪੁੰਨ ਦਾਨ ਦਾ ਭਾਈ, ਹੋਰ ਤਾਂ ਕੋਈ ਹੈ ਨਹੀਂ, ਬਾਕੀ ਤਾਂ ਗੱਲਾਂ ਸ਼ੈਤਾਨ ਦੀਆਂ ਹੀ ਆ, ਬਾਹਰ ਦੀਆਂ। ਉਹਦਾ ਫਿਰ ਆਪਾਂ ਦੇਖਦੇ ਹੀ ਹਾਂ ਵੀ ਬਾਹਰੀ ਪੁੰਨ ਦਾਨ ਕਰਕੇ ਤਾਂ ਕਿਵੇਂ ਜੀਵ ਦੇ ਅੰਦਰ ਸ਼ੈਤਾਨ ਆ ਜਾਂਦਾ, ਕਿਵੇਂ ਫਿਰ ਉਹ ਦੌੜਦਾ ਵੈਰ ਵਿਰੋਧ 'ਚ ਜਾਂਦਾ, ਅਤੇ ਕਿਵੇਂ ਫਿਰ ਉਹ ਕਹਿੰਦਾ ਵੀ ਮੈਨੂੰ ਤਾਂ ਭਰੋਸਾ ਹੀ ਨਹੀਂ ਰੱਬ 'ਤੇ, ਮੈਂ ਤਾਂ ਰੱਬ ਨੂੰ ਮੰਨਦਾ ਹੀ ਨਹੀਂ। ਕਿਉਂਕਿ ਜੋ ਚਾਹੁੰਦਾ ਆਪਦੀ ਮੱਤ ਦੁਆਰਾ ਉਵੇਂ ਤਾਂ ਹੁੰਦਾ ਨਹੀਂ। ਮਨਮੁਖ ਹੈ ਜਿਹੜਾ, ਉਹ ਚਾਹੁੰਦਾ ਵੀ ਮੇਰੇ ਦੁਆਰਾ ਹੀ ਚੱਲੇ, ਜਿਵੇਂ ਮੈਂ ਸੋਚਦਾ ਉਵੇਂ ਹੀ ਹੋਵੇ, ਉਹਦੇ ਸੋਚੇ ਮੁਤਾਬਕ ਨਹੀਂ ਹੁੰਦਾ। ਜੇ ਇਸ ਤਰ੍ਹਾਂ ਸਾਡੇ ਸੋਚੇ ਮੁਤਾਬਕ ਚੱਲਣ ਲੱਗੇ ਫਿਰ ਤਾਂ ਚੱਲੇ ਹੀ ਨਾ। ਸਾਡੇ ਚਲਾਏ 'ਤੇ ਜਾਂ ਸਾਡੇ ਸੋਚੇ 'ਤੇ ਨਹੀਂ ਚੱਲਦਾ, ਇਹ ਮਾਲਕ ਦੇ ਹੁਕਮ ਦੁਆਰਾ ਚੱਲਦਾ ਸਾਰਾ ਕੁਛ। ਜਿਵੇਂ ਸੰਸਾਰ ਦੇ ਵਿੱਚ ਜੀਵ ਆਉਂਦਾ ਹੈ ਉਹਦੇ ਹੁਕਮ ਦੇ ਵਿੱਚ, ਜਦੋਂ ਭੇਜਦਾ ਤੇ ਆ ਜਾਂਦਾ, ਜਦੋਂ ਬੁਲਾਉਂਦਾ ਤੇ ਉਹਨੂੰ ਜਾਣਾ ਪੈਂਦਾ ਵਾਪਸ। ਮਹਾਰਾਜ ਤਾਈਓ ਆਪਾਂ ਨੂੰ ਸਮਝਾਉਂਦੇ ਨੇ, ਜਦੋਂ ਕੋਈ ਸੰਸਾਰ 'ਚੋਂ ਜਾਂਦਾ ਤੇ ਉਦੋਂ ਸਾਰੇ ਇਹੀਓ ਗੁਰਬਾਣੀ ਗੁਰੂ ਦੇ ਬਚਨ ਪੜ੍ਹਦੇ ਆ, ਜਿਹਾ ਚੀਰੀ ਲਿਖਿਆ ਤੇ ਇਹ ਹੁਕਮ ਕਮਾਏ, ਘੱਲੇ ਆਵੇ ਨਾਨਕ ਸਦੇ ਉੱਠੀ ਜਾਏ। ਬਈ ਮਾਲਕ ਦਾ ਘੱਲਿਆ ਹੋਇਆ ਹੀ ਤਾਂ ਆਉਂਦਾ ਹੈ, ਅਤੇ ਜਦੋਂ ਉਹ ਸੱਦਦਾ ਵਾਪਸ ਤੇ ਫਿਰ ਜਿਹੜਾ ਮਨਮੁਖ ਰੋਸ ਕਰਦਾ ਬਈ ਸਾਡਾ ਸੀ ਕਾਹਤੋਂ ਚੱਲਾ ਕੀ, ਅਤੇ ਮਹਾਰਾਜ ਕਹਿੰਦੇ ਤੁਹਾਡਾ ਥੋੜ੍ਹੀ ਸੀ, ਵੀ ਇਹ ਤਾਂ ਸੰਜੋਗ ਹੈ। ਧੀਆਂ ਪੁੱਤਰ ਇਹ ਇੱਕ ਸੰਜੋਗ ਨਹੀਂ ਸਾਡੇ, ਪਰ ਜਿਹੜਾ ਮਨਮੁਖ ਉਹ ਕਹਿੰਦਾ ਮੇਰਾ ਹੈ। ਅਤੇ ਮਹਾਰਾਜ ਕੀ ਕਹਿੰਦੇ, ਕਹਿੰਦੇ ਧੀਆਂ ਪੂਤ ਸੰਜੋਗ ਮਨਮੁਖ ਜਾਣੇ ਆਪਣੇ। ਬਈ ਇਹ ਧੀਆਂ ਪੁੱਤਰ, ਭੈਣ ਭਰਾ, ਪਤੀ ਪਤਨੀ, ਸਾਕ ਸੰਬੰਧੀ, ਇਹ ਅਸੀਂ ਸੰਜੋਗੀ, ਪਿਛਲੇ ਜਨਮਾਂ ਦਾ ਸਾਡਾ ਸੰਜੋਗ ਜੁੜਿਆ। ਅਤੇ ਜੇ ਅਸੀਂ ਆਖੀਏ ਵੀ ਸਾਡੇ ਨੇ, ਮਹਾਰਾਜ ਕਹਿੰਦੇ ਤੁਹਾਡੇ ਥੋੜ੍ਹੀ ਹੈ, ਵੀ ਤਾਂ ਸੰਜੋਗ ਹੈ। ਜਿਨ੍ਹਾਂ ਨੂੰ ਤੁਸੀਂ ਅੱਜ ਕਹਿੰਦੇ ਹੋ ਸਾਡੇ, ਕੱਲ੍ਹ ਕਿਸੇ ਹੋਰ ਦੇ ਸੀ ਪਹਿਲਾਂ, ਅਤੇ ਜਦੋਂ ਇਹ ਨਹੀਂ ਰਹਿਣਗੇ ਫਿਰ ਕਿਸੇ ਹੋਰ ਦੇ ਹੋ ਜਾਣਗੇ, ਉਹ ਕਹਿਣਗੇ ਸਾਡੇ। ਹੁਣ ਇਹਦਾ ਇੱਕ ਖੇਲ ਹੈ, ਜਿਉਂ ਅਸੀਂ ਸਤਿਯੁਗ ਤੋਂ ਚੱਲੇ, ਪਤਾ ਨਹੀਂ ਕਿੰਨੇ ਕੁ ਸਾਡੇ ਮਾਂ ਪਿਓ ਬਣੇ, ਕਿੰਨਿਆਂ ਕਦੇ ਆਪਾਂ ਬੱਚੇ ਬਣੇ, ਜਾਂ ਜਿਨ੍ਹਾਂ ਨੂੰ ਅਸੀਂ ਹੁਣ ਕਹਿੰਦੇ ਹਾਂ ਵੀ ਇਹ ਸਾਡੇ ਬੱਚੇ ਨੇ, ਉਹ ਸਾਡੇ ਮਾਂ ਪਿਓ ਬਣ ਗਏ। ਇਹ ਕਿੰਨੀ ਵਾਰ ਇਹ ਖੇਲ ਚੱਲਦਾ ਆ ਰਿਹਾ, ਗਾਂਹ ਦੀ ਗਾਂਹ ਅਸੀਂ ਤੁਰੇ ਆ ਰਹੇ ਹਾਂ। ਮਹਾਰਾਜ ਕਹਿੰਦੇ ਜੁੜ ਜੁੜ ਵਿਛੜੇ ਵਿਛੜ ਜੁੜੇ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਵੇ, ਆਵਤ ਜਾਵਤ ਗਣਤ ਨਾ ਆਵੇ। ਬਈ ਇਹ ਗਿਣਤੀ ਨਹੀਂ ਹੋ ਸਕਦੀ, ਕਿੰਨੀ ਵਾਰ ਅਸੀਂ ਸੰਸਾਰ 'ਚ ਆਏ, ਕਿੰਨੀ ਵਾਰ ਗਏ। ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਡੇ ਮਾਂ ਪਿਓ, ਉਹ ਸਾਡੇ ਪੁੱਤਰ ਬਣ ਜਾਂਦੇ, ਅਸੀਂ ਉਹਨਾਂ ਦੇ ਮਾਂ ਪਿਓ ਬਣ ਜਾਂਦੇ। ਮਹਾਰਾਜ ਕਹਿੰਦੇ ਜੁੜਦੇ ਫਿਰ ਵਿਛੜ ਜਾਂਦੇ, ਜੁੜ ਜੁੜ ਵਿਛੜੇ ਵਿਛੜ ਜੁੜੇ, ਫਿਰ ਸੰਜੋਗ ਹੋ ਜਾਂਦਾ, ਫਿਰ ਜੁੜ ਜਾਂਦੇ। ਹੁਣ ਮਾਲਕ ਨੇ ਫਿਰ ਆਪਣਾ ਸੰਜੋਗ ਜੋੜ ਦਿੱਤਾ, ਜਿਨ੍ਹਾਂ ਨੂੰ ਅਸੀਂ ਹੁਣ ਕਹਿੰਦੇ ਸਾਡੇ ਨੇ। ਮਹਾਰਾਜ ਕਹਿੰਦੇ ਇਹ ਸੰਜੋਗ ਹੈ, ਜੇ ਤੁਸੀਂ ਆਖੋ ਵੀ ਇਹ ਸਦਾ ਹੀ ਸਾਡੇ ਨਾਲ ਰਹਿਣਗੇ, ਸਦਾ ਨਹੀਂ ਰਹਿਣੇ। ਕਿਉਂਕਿ ਖੇਲ ਤਾਂ ਰੋਜ਼ ਦਾ ਹੀ ਹੈ। ਵੈਸੇ ਤਾਂ ਇਹ ਆਪਣਾ ਸਵੇਰ ਨੂੰ ਸੰਜੋਗ ਹੁੰਦਾ, ਹੁਣ ਜਦੋਂ ਰਾਤ ਪੈਂਦੀ ਆਪਣਾ ਵਿਯੋਗ ਹੋ ਜਾਂਦਾ। ਜਦੋਂ ਹੁਣ ਰਾਤ ਨੂੰ ਆਪਾਂ ਇਹ ਦੇਹ ਤੋਂ ਵਿਦੇਹ ਹੋ ਜਾਂਦੇ ਹਾਂ, ਉਦੋਂ ਆਪਾਂ ਨੂੰ ਕੋਈ ਨਹੀਂ ਪਤਾ ਹੁੰਦਾ ਵੀ ਕੌਣ ਸਾਡਾ ਮਾਂ ਪਿਓ, ਕੌਣ ਭੈਣ ਭਰਾ, ਕੌਣ ਸਾਡੇ ਧੀਆਂ ਪੁੱਤਰ, ਸਭ ਭੁੱਲ ਜਾਂਦਾ ਆਪਾਂ ਨੂੰ, ਕਿਉਂਕਿ ਵਿਯੋਗ ਹੋ ਗਿਆ ਇੱਧਰ। ਜੇ ਹੁਣ ਰਾਤ ਨੂੰ ਹੀ ਆਪਾਂ ਨੂੰ ਭੁੱਲ ਜਾਂਦਾ ਹੈ ਵੀ ਕੌਣ ਸਾਡਾ ਪੁੱਤਰ ਹੈ, ਕੌਣ ਧੀ ਹੈ, ਅਤੇ ਜਦੋਂ ਸਦਾ ਵਾਸਤੇ ਅਸੀਂ ਇਹ ਦੇਹ ਨੂੰ ਛੱਡ ਦਿੰਦੇ, ਫਿਰ ਕਿੱਥੇ ਚੇਤੇ ਰਹਿੰਦਾ ਵੀ ਕੌਣ ਸਾਡੇ ਮਾਂ ਪਿਓ ਸੀ, ਕੌਣ ਸਾਡੇ ਭੈਣ ਭਰਾ ਸੀ। ਉਹ ਤਾਂ ਸਾਨੂੰ ਪਿਛੋਕੜ ਭੁਲਾ ਦਿੰਦੇ।
ਤੇ ਇਸ ਵਾਸਤੇ ਫਿਰ ਜਦੋਂ ਆਪਾਂ ਸੰਸਾਰ ਦੇ ਵਿੱਚੋਂ ਜਾਂਦੇ ਹਾਂ, ਸਾਡੇ ਜਾਣ ਤੋਂ ਮਗਰੋਂ ਕੌਣ ਕਿੰਨਾ ਕੁ ਰੋਂਦਾ ਹੈ, ਕਿੰਨਾ ਕੁ ਵਿਰਾਗ ਕਰਦਾ ਹੈ, ਜਾਂ ਕੌਣ ਸਾਡੇ ਗਿਆ ਤੋਂ ਕੋਈ ਖੁਸ਼ੀ ਮਨਾਉਂਦਾ ਹੈ, ਇਹ ਆਪਣੇ ਵਾਸਤੇ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਆਪਾਂ ਨੂੰ ਭੁੱਲ ਜਾਂਦਾ, ਆਪਾਂ ਨੂੰ ਚੇਤੇ ਨਹੀਂ ਰਹਿੰਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਤਾਂ ਇੱਕ ਸੰਜੋਗ ਹੈ, ਅਸੀਂ ਸੰਜੋਗੀ ਇਕੱਠੇ ਹੋਏ ਹਾਂ, ਪਰ ਜੇ ਅਸੀਂ ਆਖੀਏ ਵੀ ਅੰਤ ਸਮੇਂ ਇਹਨਾਂ ਦੇ ਵਿੱਚੋਂ ਸਾਡੇ ਨਾਲ ਕੋਈ ਸਹਾਈ ਹੋਏਗਾ, ਸਹਾਈ ਕਿਸੇ ਨੇ ਨਹੀਂ ਹੋਣਾ। ਤਾਈਓ ਆਪਾਂ ਨੂੰ ਮਹਾਰਾਜ ਕਹਿੰਦੇ ਮਾਤ ਪਿਤਾ ਸੁਤ ਬੰਧਪ ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਬਈ ਇਹਨਾਂ ਦੇ ਵਿੱਚੋਂ ਅੰਤ ਸਮੇਂ ਸਾਡੇ ਨਾਲ ਕਿਸੇ ਨੇ ਵੀ ਸਹਾਈ ਨਹੀਂ ਹੋਣਾ। ਵੀ ਇਹ ਅਸੀਂ ਸਿਰਫ ਪਿਛਲੇ ਜਨਮਾਂ ਦੇ ਮਹਾਰਾਜ ਕਹਿੰਦੇ ਸੰਜੋਗੀ ਹਾਂ, ਇਕੱਠੇ ਹੋਏ ਹਾਂ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸੰਜੋਗ ਹੈ। ਹੁਣ ਜੇ ਆਖੀਏ ਵੀ ਕੋਈ ਨਾਲ ਚੱਲੇ, ਨਾਲ ਕਿਸੇ ਨੇ ਨਹੀਂ ਜਾਣਾ। ਜਿਵੇਂ ਹੁਣ ਆਪਣੇ ਜਿਹੜੇ ਚਲੇ ਗਏ, ਆਪਾਂ ਕਿਹੜਾ ਉਹਨਾਂ ਦੇ ਨਾਲ ਗਏ। ਜੇ ਅਸੀਂ ਆਖੀਏ ਵੀ ਸਾਡੇ ਨਾਲ ਕਿਸੇ ਨੇ ਨਹੀਂ ਜਾਣਾ, ਆਪਾਂ ਵੀ ਨਹੀਂ ਕਿਸੇ ਨਾਲ ਜਾਂਦੇ। ਭਾਈਆਂ ਭਗਤਾਂ ਨੇ ਆਖਿਆ ਵੀ ਸੰਸਾਰ ਦੇ ਵਿੱਚ ਅਸੀਂ ਦੇਖ ਲਿਆ ਵੀ ਇਹ ਤਾਂ ਸਭ ਦਾ ਖੇਲ ਆਪੋ ਆਪਣਾ ਹੈ। ਬਈ ਜਿਹਨੇ ਮਾਲਕ ਨੇ ਸਾਨੂੰ ਪੈਦਾ ਕੀਤਾ ਵੀ ਉਹਦੇ ਵਿੱਚ ਸਮਾ ਗਏ, ਨਾ ਤਾਂ ਸਾਡਾ ਕੋਈ ਤੇ ਨਾ ਅਸੀਂ ਕਿਸੇ ਉੱਤੇ। ਮਹਾਰਾਜ ਇਸ ਲਈ ਫਰਮਾਉਂਦੇ ਕਬੀਰ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੀਂ, ਜੈਨੇ ਰਚਨ ਰਚਾਇਆ ਤਿਸੀ ਮਾਹੀ ਸਮਾਹੀ। ਵੀ ਜਿਹਨੇ ਰਚਨਾ ਰਚਾਈ ਮਾਲਕ ਨੇ ਉਹਦੇ ਵਿੱਚ ਸਮਾ ਗਏ, ਅਤੇ ਨਾ ਤਾਂ ਅਸੀਂ ਕਿਸੇ ਦੇ, ਨਾ ਸਾਡਾ ਕੋਈ। ਕਿਉਂਕਿ ਆਪੋ ਆਪਣਾ ਖੇਲ ਹੈ ਸਭ ਦਾ, ਸਿਰਫ ਆਪਾਂ ਸੰਜੋਗੀ ਇਕੱਠੇ ਹੋਏ ਹਾਂ। ਜੇ ਆਖੀਏ ਵੀ ਆਪਾਂ ਕਿਸੇ ਦਾ ਸਾਥ ਦੇਵਾਂਗੇ ਜਾਂ ਕੋਈ ਆਪਣਾ ਸਾਥ ਦੇਵੇਗਾ, ਸਾਥ ਕਿਸੇ ਨੇ ਨਹੀਂ ਦੇਣਾ। ਚਾਹੇ ਆਪਣੇ ਮਾਤਾ ਪਿਤਾ ਨੇ, ਜਦੋਂ ਅਸੀਂ ਦੇਹ ਤੋਂ ਵਿਦੇਹ ਹੋ ਜਾਂਦੇ ਹਾਂ, ਉੱਥੇ ਆਪਣੇ ਮਾਤਾ ਪਿਤਾ ਨਾਲ ਨਹੀਂ ਜਾਂਦੇ, ਉੱਥੇ ਆਪਣੇ ਭੈਣ ਭਰਾ ਨਾਲ ਨਹੀਂ ਜਾਂਦੇ, ਧੀਆਂ ਪੁੱਤਰ ਨਾਲ ਨਹੀਂ ਜਾਂਦੇ। ਤਾਈਆਂ ਮਾਰੇ ਸਾਨੂੰ ਫਰਮਾਉਂਦੇ ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ। ਵੀ ਉੱਥੇ ਸਾਡੇ ਮਾਂ ਪਿਓ ਜਾਂ ਭੈਣ ਭਰਾ ਧੀਆਂ ਪੁੱਤਰ, ਇਹ ਉੱਥੇ ਸਾਡੇ ਸੰਗੀ ਨਹੀਂ ਬਣਨਗੇ, ਇਹ ਸਾਡੇ ਸਾਥੀ ਨਹੀਂ ਬਣਨਗੇ। ਉੱਥੇ ਇਹ ਸਾਡੇ ਉੱਥੇ ਨਾਲ ਨਹੀਂ ਜਾਣਗੇ ਜਿੱਥੇ ਅਸੀਂ ਜਾਣਾ। ਉੱਥੇ ਜਿਹਨੇ ਸਾਡਾ ਸੰਗੀ ਸਾਥੀ ਬਣਨਾ, ਉਹ ਸਾਡਾ ਅਸਲੀ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਜਿਹਨੇ ਉੱਥੇ ਵੀ ਸਾਡਾ ਸਾਥ ਦੇਣਾ। ਜਿਹੜਾ ਸਾਡਾ ਸੱਜਣ ਨਾਮ, ਉਹ ਨਾਮ ਨੇ ਉੱਥੇ ਵੀ ਨਹੀਂ ਸਾਨੂੰ ਇਕੱਲਿਆਂ ਨੂੰ ਛੱਡਣਾ, ਉੱਥੇ ਵੀ ਸਾਡੇ ਨਾਲ ਜਾਏ। ਮਾਰੇ ਦਾਈਆਂ ਕਹਿੰਦੇ ਮਾਨੂਹਾ ਨਾਮ ਤੇਰੇ ਸੰਗ ਸਹਾਈ। ਬਈ ਮਨਾ ਤੇਰੇ ਨਾਲ ਉੱਥੇ ਨਾਮ ਨੇ ਸਹਾਈ ਹੋਣਾ, ਹੋਰਾ ਸੰਸਾਰੀ ਕੋਈ ਵੀ ਉੱਥੇ ਨਾਲ ਸਹਾਈ ਨਹੀਂ ਹੁੰਦਾ। ਦਾਈਆਂ ਇਹ ਵਾਸਤਾ ਦੇਖ ਕੇ ਭਗਤਾਂ ਨੇ ਸੰਸਾਰ ਦੇ ਵਿੱਚ ਬਈ ਹੋਰ ਤਾਂ ਨਾਲ ਇੱਥੋਂ ਜਾਣਾ ਕਿਹਨੇ, ਵੀ ਇਹ ਸਰੀਰ ਵੀ ਨਹੀਂ ਨਾਲ ਜਾਂਦਾ, ਵੀ ਇਹ ਸਰੀਰ ਵੀ ਇੱਥੇ ਦਾ ਇੱਥੇ ਹੀ ਰਹਿ ਜਾਂਦਾ। ਤਾਈਆਂ ਫਿਰ ਉਹਨਾਂ ਨੇ ਮਨ ਨੂੰ ਆਖਿਆ ਵੀ ਮਨ ਤੂੰ ਹੁਣ ਜਾਗ ਪੈ, ਵੀ ਗਾਫਲ ਹੋ ਕੇ ਸੁੱਤਾ ਨਾ ਰਹਿ। ਵੀ ਹੋਰ ਤਾਂ ਇੱਥੋਂ ਨਾਲ ਜਾਣਾ ਕਿ ਇਹ ਸਰੀਰ ਨੇ ਵੀ ਤੇਰਾ ਸਾਥ ਨਹੀਂ ਦੇਣਾ, ਇਹ ਸਰੀਰ ਨੇ ਵੀ ਇੱਥੇ ਦਾ ਇੱਥੇ ਹੀ ਰਹਿ ਜਾਣਾ। ਮਹਾਰਾਜ ਇਸ ਲਈ ਫਰਮਾਉਂਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਾਂ ਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਵੀ ਜਿਹੜੇ ਮਨ ਨੇ ਇਹ ਜਾਣਾ ਇੱਥੋਂ, ਇਹ ਸਰੀਰ ਨੇ ਵੀ ਉਹਦੇ ਨਾਲ ਨਹੀਂ ਜਾਣਾ, ਇਹ ਸਰੀਰ ਵੀ ਇੱਥੇ ਦਾ ਇੱਥੇ ਹੀ ਰਹਿ ਜਾਂਦਾ, ਅਤੇ ਹੋਰ ਤਾਂ ਨਾਲ ਜਾਣਾ ਕਿਹਨੇ ਜਦੋਂ ਸਰੀਰ ਵੀ ਇੱਥੇ ਹੀ ਰਹਿ ਗਏ। ਸੋ ਨਾਲ ਫਿਰ ਸਾਡੇ ਜਿਹਨੇ ਜਾਣਾ ਉਹ ਹੈ ਨਾਮ। ਉਹ ਨਾਮ ਨੇ ਉੱਥੇ ਵੀ ਸਾਡੇ ਨਾਲ ਜਾਣਾ ਜਿੱਥੇ ਅਸੀਂ ਦੇਹ ਛੱਡਣ ਤੋਂ ਮਗਰੋਂ ਜਾਣਾ। ਸਾਡਾ ਜੋ ਮਾਤਾ ਪਿਤਾ ਨਿਰੰਕਾਰ ਪਰਮਾਤਮਾ, ਉਹਨੇ ਉੱਥੇ ਵੀ ਨਹੀਂ ਸਾਨੂੰ ਇਕੱਲਿਆਂ ਛੱਡਣਾ, ਉਹਨੇ ਉੱਥੇ ਵੀ ਸਾਡਾ ਸੰਗੀ ਸਾਥੀ ਨਾਲ ਬਣਨਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ
ਵੀ ਜਦੋਂ ਸਾਡੇ 'ਤੇ ਔਖੀ ਘੜੀ ਆਉਣੀ, ਸਾਡਾ ਅਸਲੀ ਸਾਥੀ ਤਾਂ ਉਹ ਹੈ ਵੀ ਜਿਹਨੇ ਔਖੀ ਘੜੀ ਦੇ ਵਿੱਚ ਸਾਡਾ ਸਾਥ ਦੇਣਾ, ਜਿਹਨੇ ਸਾਨੂੰ ਔਖੀ ਘੜੀ ਦੇਖਣੀ ਨਹੀਂ ਦੇਣੀ। ਤਾਈਓ ਫਿਰ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ, ਆਪਣਾ ਵਿਰਧ ਸੰਭਾਲੇ। ਜੇ ਅਸੀਂ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਾਂਗੇ, ਉਹਦਾ ਵਿਰਧ ਹੈ, ਉਹਦਾ ਸੁਭਾਅ ਹੈ, ਉਹ ਫਿਰ ਸਾਨੂੰ ਔਖੀ ਘੜੀ ਦੇਖਣ ਨਹੀਂ ਦਿੰਦਾ, ਉਹ ਸਾਨੂੰ ਸੰਜਮਾਂ ਦੇ ਮਾਰਗ 'ਤੇ ਨਹੀਂ ਜਾਣ ਦਿੰਦਾ, ਉਹ ਨਾਲ ਸਾਡੇ ਆਪ ਸਹਾਈ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹਨੇ ਸਾਡੇ ਨਾਲ ਸਹਾਈ ਹੋਣਾ, ਵੀ ਤੁਸੀਂ ਉਹਨੂੰ ਸਿਮਰੋ, ਉਹਦੀ ਭਗਤੀ ਕਰੋ, ਉਹਦੀ ਬੰਦਗੀ ਕਰੋ। ਅਤੇ ਇਹੋ ਵਾਸਤਾ ਫਿਰ ਦੇਖ ਕੇ ਭਗਤ ਜਨ ਉਦਾਸ ਹੋ ਕੇ ਵੀ ਉਹਨਾਂ ਨੇ ਸਰੀਰ ਦਾ ਮੋਹ ਪਿਆਰ ਛੱਡ ਕੇ ਉਹਨਾਂ ਨੇ ਆਪਦੇ ਘਰ ਦੀ ਪਹਿਚਾਣ ਕੀਤੀ, ਅਤੇ ਫਿਰ ਉਹਨਾਂ ਨੇ ਆਪਾਂ ਨੂੰ ਇਹ ਦੱਸਿਆ ਵੀ ਇਹ ਜਿਹੜਾ ਸਰੀਰ ਜਿਹਦੇ ਨਾਲ ਅਸੀਂ ਪਿਆਰ ਕਰਦੇ ਹਾਂ, ਵੀ ਇਹਦੇ ਹੱਡ ਤਾਂ ਲੱਕੜਾਂ ਵਾਂਗੂ ਜਲ ਜਾਂਦੇ, ਅਤੇ ਜਿਹੜੇ ਕੇਸ ਉਹ ਘਾਹ ਵਾਂਗੂ ਜਲ ਜਾਂਦੇ। ਵੀ ਇਹ ਅਵਸਥਾ ਦੇਖ ਕੇ ਫਿਰ ਉਹ ਇਹ ਤੋਂ ਉਦਾਸੀ ਹੋਈ। ਤਾਂ ਇਸ ਅਵਸਥਾ 'ਚ ਮਹਾਰਾਜ ਕਹਿੰਦੇ, ਕਬੀਰ ਹਾੜ ਜਲੇ ਜਿਉਂ ਰੱਖਦੀ, ਕੇਸ ਜਲੇ ਜਿਉਂ ਘਾਸ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਅਦਾਸ। ਹੁਣ ਉਹਦਾ ਅਦਾਸ ਹੋ ਗਏ। ਹੁਣ ਆਪਾਂ ਕਿੰਨੀ ਵਾਰ ਦੇਖਿਆ ਇਹ ਸੀਨ, ਜਦੋਂ ਸੰਸਾਰ ਦੇ ਵਿੱਚੋਂ ਕੋਈ ਜੀਵ ਜਾਂਦਾ ਹੈ, ਆਪਾਂ ਸਾਰੇ ਇਕੱਠੇ ਹੁੰਦੇ ਹਾਂ, ਦੇਖਦੇ ਹਾਂ, ਜਾਂਦੇ ਹਾਂ, ਉੱਥੇ ਜਾ ਕੇ ਆਪਾਂ ਸਾਹਮਣੇ ਦੇਖਦੇ ਹਾਂ ਵੀ ਸਾਹਮਣੇ ਜੀਵ ਪਿਆ ਹੈ ਅਤੇ ਹਾਲਤ ਹੋ ਰਹੀ ਲੱਕੜਾਂ ਵਾਂਗੂ ਜਲ ਰਿਹਾ, ਇਸ ਘਾਹ ਵਾਂਗੂ ਜਲ ਰਹੇ ਨੇ। ਸਾਡਾ ਮਨ ਕਿੰਨਾ ਕੁ ਉਦਾਸੀ ਹੁੰਦਾ। ਹੁਣ ਤਾਂ ਸੰਸਾਰ ਦੇ ਵਿੱਚ ਇੰਨਾ ਜੀਵ ਅਗਿਆਨਤਾ 'ਚ ਚਲਾ ਗਿਆ, ਇੰਨਾ ਅਗਿਆਨੀ ਹੋ ਗਿਆ, ਇੰਨਾ ਮਨਮੁਖ ਹੋ ਗਿਆ ਬਈ ਸਾਹਮਣੇ ਜੀਵ ਪਿਆ ਜਾ ਰਿਹਾ ਅਤੇ ਹਾਲਤ ਹੋ ਰਹੀ, ਅਤੇ ਉਹ ਸੋਚਦਾ ਹੀ ਨਹੀਂ ਵੀ ਮੇਰੇ 'ਤੇ ਵੀ ਇਹ ਘੜੀ ਆਉਣੀ, ਵੀ ਅੱਜ ਇਹ ਗਿਆ ਕੱਲ੍ਹ ਨੂੰ ਮੇਰੀ ਵੀ ਵਾਰੀ ਆਉਣੀ, ਮੈਂ ਵੀ ਤਾਂ ਇੱਥੋਂ ਜਾਣਾ। ਇੱਧਰਲੇ ਪਾਸੇ ਨੂੰ ਉਹ ਸੋਚਦਾ ਹੀ ਨਹੀਂ, ਕਿਉਂਕਿ ਉਹਦੀ ਸੋਚ ਹੀ ਬੰਦ ਕੀਤੀ ਹੋਈ ਇੱਧਰ। ਉਹ ਸਮਝਦਾ ਵੀ ਇਹ ਗਿਆ ਹੈ, ਮੈਂ ਕਿਹੜਾ ਜਾਣਾ ਇੱਥੋਂ। ਉਹ ਫਿਰ ਉਵੇਂ ਦਾ ਉਹਦਾ ਵੈਰ ਵਿਰੋਧ ਕਰੀ ਜਾਂਦਾ, ਫਿਰ ਈਰਖਾ, ਫਿਰ ਨਫ਼ਰਤ ਕਰੀ ਜਾਂਦਾ। ਜੇ ਸਾਡਾ ਮਨ ਉਦਾਸੀ ਹੋ ਜੇ ਤੇ ਫਿਰ ਤਾਂ ਸਾਨੂੰ ਭੇਦ ਆ ਜੇ ਵੀ ਇੱਥੋਂ ਇਹ ਸੰਸਾਰ 'ਚੋਂ ਗਿਆ, ਇਹ ਕੀ ਲੈ ਕੇ ਚੱਲਿਆ, ਅਤੇ ਜਿਹਦੀ ਖਾਤਰ ਮੈਂ ਲੜਦਾ ਫਿਰਦਾ, ਮੈਂ ਇੱਥੋਂ ਕੀ ਲੈ ਜਾਣਾ। ਫਿਰ ਤਾਂ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ ਵੀ ਅੱਜ ਇਹ ਗਿਆ ਕੱਲ੍ਹ ਨੂੰ ਮੈਂ ਵੀ ਜਾਣਾ, ਅਤੇ ਮੈਂ ਹੁਣ ਆਪਦੇ ਘਰ ਦੀ ਪਹਿਚਾਣ ਕਰ ਲਾਂ, ਮੈਂ ਉਹ ਘਰ ਦੇਖ ਲਾਂ ਪਹਿਲਾਂ ਹੀ ਵੀ ਜਿੱਥੇ ਮਰਨ ਤੋਂ ਬਾਅਦ ਜਾਣਾ। ਫਿਰ ਤਾਂ ਅਸੀਂ ਗੁਰਬਾਣੀ ਗੁਰੂ ਦੇ ਲੜ ਲੱਗੀਏ, ਫਿਰ ਤਾਂ ਅਸੀਂ ਇਹਨਾਂ ਤੋਂ ਪੁੱਛੀਏ। ਪਰ ਇੱਧਰ ਨੂੰ ਜੀਵ ਦੀ ਜਦੋਂ ਸੋਚ ਹੀ ਨਹੀਂ, ਉਹ ਪੁੱਛਦਾ ਹੀ ਨਹੀਂ, ਕਿਉਂਕਿ ਉਹਨੂੰ ਮਰਨਾ ਹੀ ਭੁੱਲਿਆ ਹੋਇਆ। ਐਸਾ ਹੀ ਤ੍ਰਿਸ਼ਨਾ ਦਾ ਮਾਇਆ ਦਾ ਰੋਗ ਲੱਗਾ ਜੀਵ ਨੂੰ। ਮਹਾਰਾਜ ਕਹਿੰਦੇ ਉਹਨੇ ਮਰਨਾ ਹੀ ਵਿਸਾਰ ਛੱਡੀ। ਵਰਮਾਉਂਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰੇ ਆ। ਜੇ ਹੁਣ ਅਸੀਂ ਮਰਨਾ ਚੇਤੇ ਰੱਖੀਏ ਤਾਂ ਫਿਰ ਤਾਂ ਸਾਨੂੰ ਰੋਸ ਆਉਂਦਾ ਹੀ ਨਹੀਂ। ਰੋਸ ਤਾਂ ਅਸੀਂ ਕਿਸੇ ਦੇ ਮਰਨ 'ਤੇ ਤਾਂ ਕਰੀਏ ਬਈ ਜੇ ਅਸੀਂ ਆਪਣਾ ਆਪਾ ਥਿਰ ਹੋਵੇ ਸਾਡ, ਵੀ ਅੱਜ ਇਹ ਮਰ ਗਿਆ ਜੀ, ਅਸੀਂ ਤਾਂ ਮਰਨਾ ਹੀ ਨਹੀਂ। ਮਹਾਰਾਜ ਕਹਿੰਦੇ ਵੀ ਜਦੋਂ ਸਭ ਨੇ ਜਾਣਾ ਇੱਥੋਂ, ਅਤੇ ਫਿਰ ਕਾਹਦਾ ਰੋਸ। ਅਬਰ ਮੁਏ ਕਿਆ ਰੋਸ ਕਰੀਜੇ, ਤੋ ਕੀਜੇ ਜੋ ਆਪਣ ਜੀਜੇ। ਮਹਾਰਾਜ ਕਹਿੰਦੇ ਰੋਸ ਤਾਂ ਤੁਸੀਂ ਤਾਂ ਕਰੋ ਵੀ ਜੇ ਤੁਸੀਂ ਜਿਉਂਦੇ ਰਹਿਣਾ ਹੋਵੇ, ਵੀ ਅਸੀਂ ਤਾਂ ਸਦਾ ਹੀ ਇੱਥੇ ਰਹਿਣਾ ਜੀ, ਇਹ ਕਾਹਤੋਂ ਮਰ ਗਏ। ਮਹਾਰਾਜ ਕਹਿੰਦੇ ਜਦੋਂ ਆਪਣਾ ਆਪਾ ਹੀ ਥਿਰ ਰਿਹਾਈ ਨਹੀਂ ਵੀ ਅਸੀਂ ਵੀ ਨਹੀਂ ਇੱਥੇ ਰਹਿਣਾ, ਅਤੇ ਫਿਰ ਕਾਹਦਾ ਰੋਸ। ਸਗਾ ਤੇ ਸਿੱਖਿਆ ਤਾਂ ਇਹ ਲੈਣੀ ਵੀ ਉਹ ਗਿਆ ਹੈ ਵੀ ਅਸੀਂ ਤਿਆਰੀ ਕਰੀਏ ਜਾਣ ਦੀ ਆਪਦੇ, ਅਸੀਂ ਉਹ ਘਰ ਦੇਖੀਏ ਵੀ ਇਹ ਇੱਥੋਂ ਕੀ ਲੈ ਗਿਆ ਜਿਹੜਾ ਅਸੀਂ ਲੈ ਜਾਣਾ। ਪਰ ਉਲਟਾ ਜੀਵ ਗੁਰਬਾਣੀ ਗੁਰੂ ਦੇ ਨਾਲ ਜੁੜਨ ਦੀ ਬਜਾਏ ਉਹ ਉਲਟਾ ਟੁੱਟਦਾ।
क्योंकि जदों भेत नहीं लैंदा, जदों सिर्फ असीं बाहरी कहने भी असीं मनते हैं, तो जद तक असीं सतगुरां तो सोझी नहीं लैंदे, जद तक असीं कहना नहीं मनते, इन्हां दा वचन नहीं कमाउंदे, उन्ना समा असीं मनते नहीं। क्योंकि जिहड़ा मनदा है, जिहड़ा जुड़िया होया, वो कदे टुटदा नहीं है। जिहड़ा कहंदा भी मैं टुट गया, वो कदे जुड़िया ही नहीं सी, वो सिर्फ बाहरी दिखावा ही करदा सी, वो अंदरों नहीं सी जुड़िया होया। ਜਿਹੜੇ ਅੰਦਰੋਂ ਜੁੜ ਗਏ ਨਾਮ ਦੇ ਨਾਲ, ਉਹ ਕਦੇ ਟੁੱਟਦੇ ਨਹੀਂ। ਜਿਹੜੇ ਮਿਲ ਗਏ ਉਹ ਕਦੇ ਵਿਛੜਦੇ ਨਹੀਂ ਮਾਲਕ 'ਚ। ਮਹਾਰਾਜ ਇਸ ਲਈ ਕਹਿੰਦੇ ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ ਬਈ ਜਿਹੜਾ ਮਿਲਿਆ ਹੋਇਆ ਉਹ ਤਾਂ ਕਦੇ ਵਿਛੜਦਾ ਹੀ ਨਹੀਂ, ਪਰ ਮਿਲਿਆ ਹੋਵੇ, ਇਕੱਲਾ ਦਿਖਾਵਾ ਨਾ ਬਾਹਰੋਂ ਕਰਦਾ ਹੋਵੇ। ਮਹਾਰਾਜ ਦਾ ਕਹਿੰਦੇ ਫਿਰ ਕਦੇ ਵਿਛੋੜਾ ਪੈਂਦਾ ਹੀ ਨਹੀਂ। ਨਾਨਕ ਗੁਰਮੁਖ ਮਿਲ ਰਹੀਏ, ਫਿਰ ਵਿਛੋੜਾ ਕਦੇ ਨਾ ਹੋਏ। ਉਹ ਤਾਂ ਵਿਛੜਦੇ ਹੀ ਨਹੀਂ, ਉਹ ਤਾਂ ਟੁੱਟਦੇ ਹੀ ਨਹੀਂ। ਜਿਹੜੇ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ ਜੁੜੇ ਨੇ, ਉਹ ਨਹੀਂ ਕਦੇ ਟੁੱਟਣਗੇ, ਉਹਨਾਂ ਦਾ ਵਿਛੋੜਾ ਨਹੀਂ ਪਏਗਾ ਕਦੇ ਵੀ। ਟੁੱਟਦੇ ਉਹੀ ਉਹ ਜਿਹੜੇ ਕਹਿੰਦੇ ਬਈ ਅਸੀਂ ਉਹਦਾ ਜੁੜੇ ਹੋਏ ਹਾਂ। ਜੁੜੇ ਕਾਹਦੇ ਨਾਲ ਨੇ, ਪਤਾ ਨਹੀਂ ਕਾਹਦੇ ਨਾਲ ਉਹ ਜੁੜੇ ਨੇ, ਕਿਉਂਕਿ ਜੋ ਗੁਰਬਾਣੀ ਗੁਰੂ ਕਹਿ ਰਹੇ ਜੁੜਨ ਨੂੰ, ਉਹ ਤਾਂ ਅਸੀਂ ਜੁੜੇ ਨਹੀਂ ਹੈ। ਜੇ ਅਸੀਂ ਜੁੜੇ ਹਾਂ ਤਾਂ ਮਹਾਰਾਜ ਕਹਿੰਦੇ ਉਹ ਤਾਂ ਟੁੱਟਦੇ ਨਹੀਂ ਕਦੇ ਵੀ। ਜਿਹੜੇ ਜੁੜੇ ਉਹਨਾਂ ਦਾ ਤਾਂ ਆਪਾਂ ਇਤਿਹਾਸ ਦੇਖਦੇ ਹਾਂ ਗੁਰਸਿੱਖਾਂ ਦਾ, ਵੀ ਚਾਹੇ ਉਹਨਾਂ ਨੂੰ ਬੰਦ ਕੱਟਤਾ, ਉਹ ਤਾਂ ਨਹੀਂ ਟੁੱਟੀ ਉਹਨਾਂ ਦੀ। ਚਾਹੇ ਉਹਨਾਂ ਨੂੰ ਚਰਖੜੀਆਂ 'ਤੇ ਚਾੜ੍ਹ ਦਿੱਤਾ, ਉਹ ਤਾਂ ਨਹੀਂ ਟੁੱਟੀ। ਚਾਹੇ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ 'ਚ ਪਾ ਦਿੱਤੀ, ਉਹਦਾ ਤਾਂ ਨਾ ਟੁੱਟੇ, ਕਿਉਂਕਿ ਉਹ ਜੁੜੇ ਹੋਏ ਨੇ ਅੰਦਰ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੁੜਨਾ ਅਸੀਂ ਕਿੱਥੇ ਹੈ, ਕਿਹਦੇ ਨਾਲ ਜੁੜਨਾ ਹੈ। ਅਤੇ ਆਪਾਂ ਨੂੰ ਕਹਿੰਦੇ ਜੁੜੋ ਅੰਦਰੋਂ ਨਾਮ ਦੇ ਨਾਲ, ਨਾਦ ਦੇ ਨਾਲ। ਉਹ ਸ਼ਬਦ ਗੁਰੂ ਦੇ ਨਾਲ ਜੁੜੋ ਅੰਦਰੋਂ, ਜਿਹਦੇ ਨਾਲੋਂ ਸਾਡੀ ਲਿਵ ਟੁੱਟੀ ਹੋਈ। ਜਿਸ ਵਰਤਾਏ ਆਪਾਂ ਨੂੰ ਰੋਜ਼ ਫਰਮਾਉਂਦੇ, ਅੰਦਰੋਂ ਜਿਨ ਕਾ ਮੋਹ ਟੁੱਟਾ, ਵੀ ਅੰਦਰੋਂ ਜਿਹੜਾ ਸਾਡਾ ਮੋਹ ਟੁੱਟਿਆ ਨਾਮ ਦੇ ਨਾਲੋਂ, ਜਿਹਦੇ ਬਾਰੇ ਆਪਾਂ ਨੂੰ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਬਈ ਜੋ ਸਾਡੀ ਲਿਵ ਅੰਦਰੋਂ ਨਾਮ ਦੇ ਨਾਲੋਂ ਟੁੱਟ ਚੁੱਕੀ ਹੈ, ਉਹ ਨਾਮ ਦੇ ਨਾਲ, ਉਹ ਸ਼ਬਦ ਗੁਰੂ ਦੇ ਨਾਲ ਸਾਨੂੰ ਗੁਰਬਾਣੀ ਗੁਰੂ ਜੋੜਦੇ ਨੇ। ਹੁਣ ਜੋੜਨਗੇ ਕਿਹਨਾਂ ਨੂੰ? ਜਿਹੜੇ ਗੁਰਬਾਣੀ ਗੁਰੂ ਨੂੰ ਸਤ ਕਰਕੇ ਮੰਨਦੇ, ਜਿਹੜੇ ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ, ਉਹਨਾਂ ਨੂੰ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਨਮੁਖ ਮਹਾਰਾਜ ਖੜਾ ਕਰ ਦਿੰਦੇ। ਇਸ ਲਈ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਮੰਨਾਂਗੇ ਅਤੇ ਅਸੀਂ ਪ੍ਰਤੱਖ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਨਮੁਖ ਸਾਨੂੰ ਖੜਾ ਕਰ ਦੇਣਗੇ, ਸਾਡੀ ਟੁੱਟੀ ਹੋਈ ਗੰਢ ਦੇਣਗੇ ਅੰਦਰ। ਹੁਣ ਮੰਨਣਾ ਕਿਵੇਂ ਹੈ? ਮੰਨਣਾ ਇਹ ਹੈ ਵੀ ਜੋ ਸਾਨੂੰ ਕਹਿ ਰਹੇ ਵੀ ਤੁਸੀਂ ਸਿਮਰਨ ਕਰੋ। ਹੁਣ ਜਦੋਂ ਅਸੀਂ ਸਿਮਰਨ ਕਰਾਂਗੇ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ, ਅਤੇ ਸਾਡੀ ਟੁੱਟੀ ਹੋਈ ਗੰਢ ਦੇਣਗੇ ਅੰਦਰ। ਆਓ ਹੁਣ ਜੋ ਸਾਨੂੰ ਸਤਿਗੁਰੂ ਕਹਿ ਰਹੇ ਅਭਿਆਸ ਕਰਨ, ਸਾਨੂੰ ਕਹਿੰਦੇ ਵੀ ਸਾਡਾ ਵਚਨ ਮੰਨੋ। ਆਪਾਂ ਨੂੰ ਕਹਿੰਦੇ ਸਮਾਂ ਸਾਡਾ ਰੋਜ਼ ਦੀ ਰੋਜ਼ ਬੀਤਦਾ ਜਾ ਰਿਹਾ, ਦਿਨ ਪੈਰ ਘੜੀਆਂ ਸਾਡਾ ਸਮਾਂ ਲੰਘਦਾ ਜਾ ਰਿਹਾ। ਮਹਾਰਾਜ ਕਹਿੰਦੇ ਵੀ ਤੁਸੀਂ ਹੁਣ ਵੱਧ ਤੋਂ ਵੱਧ ਸਿਮਰਨ ਕਰ ਲਓ, ਸਾਡਾ ਕਹਿਣਾ ਮੰਨ ਲਓ। ਤਾਈਓ ਸਾਨੂੰ ਸੱਚੇ ਪਾਤਸ਼ਾਹ ਫਰਮਾਉਂਦੇ ਹਰ ਜਸ ਰੀ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਾ ਮਾਲ ਲੈ ਮੇਰੋ। ਮਹਾਰਾਜ ਕਹਿੰਦੇ ਸਾਡਾ ਕਹਿਣਾ ਮੰਨ ਲਓ, ਹੁਣ ਤੁਸੀਂ ਹਰ ਜਸ ਕਰ ਲਓ, ਹੁਣ ਤੁਸੀਂ ਵੱਧ ਤੋਂ ਵੱਧ ਸਿਮਰਨ ਕਰ ਲਓ, ਸਮਾਂ ਸਾਡਾ ਬੀਤਦਾ ਜਾ ਰਿਹਾ। ਆਓ ਹੁਣ ਜੋ ਸਾਨੂੰ ਕਹਿ ਰਹੇ ਸਾਡਾ ਕਹਿਣਾ ਮੰਨੋ, ਆਪਾਂ ਇਹਨਾਂ ਦਾ ਕਹਿਣਾ ਮੰਨੀਏ, ਆਖੇ ਲੱਗੀਏ, ਤਾਂ ਕਿ ਇਹਨਾਂ ਦਾ ਵਚਨ ਕਮਾ ਕੇ ਮੰਨ ਕੇ ਸਾਡੀ ਟੁੱਟੀ ਹੋਈ ਅੰਦਰੋਂ ਜੁੜ ਜਾਵੇ, ਗੰਢੀ ਜਾਵੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿ 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 ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ ਫਿਰ ਸਾਡੇ ਮਨ ਨੂੰ ਸੁੱਖ ਮਿਲੇਗਾ ਹੀ ਮਿਲੇਗਾ। ਮਹਾਰਾਜ ਤਾਈਓ ਸਾਨੂੰ ਕਹਿੰਦੇ ਵੀ ਜਦੋਂ ਅਸੀਂ ਸਿਮਰਨ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਦਾ ਇਹ ਲਾਭ ਹੋਣਾ, ਸਾਡੇ ਮਨ ਦਾ ਜਿਹੜਾ ਕਲਾ ਕਲੇਸ਼ ਹੈ ਇਹ ਖਤਮ ਹੋਣਾ ਤੇ ਸਾਡੇ ਮਨ ਨੇ ਸੁਖੀ ਹੋ ਜਾਣ। ਮਹਾਰਾਜ ਤਾਈਓ ਫਰਮਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਓ। ਬਈ ਇਹ ਸਿਮਰਨ ਕਰਕੇ ਪਹਿਲਾਂ ਕਲਾ ਕਲੇਸ਼ ਮਟਾਓ ਆਪਸ। ਜਦੋਂ ਸਾਡਾ ਕਲਾ ਕਲੇਸ਼ ਮਿਟੇਗਾ ਸਾਡੇ ਮਨ ਨੂੰ ਸੁੱਖ ਮਿਲੇਗਾ, ਸ਼ਾਂਤੀ ਆਏਗੀ, ਅਸੀਂ ਸੁਖੀ ਹੋ ਜਾਵਾਂਗੇ। ਹੌੜੇ ਸੁਖੀ ਹੋਣ ਦੀ ਜੁਗਤੀ ਤਰੀਕਾ ਆਪਾਂ ਨੂੰ ਸਤਿਗੁਰੂ ਦੱਸਦੇ ਵੀ ਜੇ ਤੁਸੀਂ ਸੁੱਖ ਲੈਣਾ ਤਾਂ ਸਿਮਰਨ ਕਰੋ। ਪਰ ਸੰਸਾਰ 'ਚ ਐਸੇ ਜਵਾਰੀ ਜੀਵ ਸੁੱਖ ਸਾਰੇ ਭਾਲਦੇ, ਉਹਨਾਂ ਨੂੰ ਆਖੋ ਸਿਮਰਨ ਕਰੋ, ਉਹ ਨਹੀਂ ਕਰਦੇ। ਉਹਨਾਂ ਨੂੰ ਆਖੋ ਵੀ ਸੰਗਤ ਕਰੋ ਤੇ ਉਹ ਨਹੀਂ ਕਰਨਗੇ, ਤੇ ਫਿਰ ਕਹਿਣਗੇ ਸੁੱਖ ਮਿਲੇ, ਤੇ ਸੁੱਖ ਕਿੱਥੋਂ ਮਿਲੇਗਾ। ਮਹਾਰਾਜ ਤਾਈਓ ਕਹਿੰਦੇ ਐਸਾ ਜਗ ਦੇਖਿਆ ਜਵਾਰੀ ਸਭ ਸੁੱਖ ਮੰਗੇ ਨਾਮ ਵਿਸਾਰੀ। ਵੀ ਐਸੇ ਜਵਾਰੀ ਦੇਖੇ ਸੁੱਖ ਭਾਲਦੇ ਤੇ ਨਾਮ ਨੂੰ ਵਿਸਾਰ ਕੇ, ਤੇ ਨਾਮ ਤੋਂ ਬਿਨਾਂ ਸੁੱਖ ਕਿੱਥੋਂ।
ਤੇ ਇਸ ਵਾਸਤੇ ਕਹਿੰਦੇ ਵੀ ਜੇ ਸੁਖੀ ਹੋਣਾ ਤੇ ਫਿਰ ਵੱਧ ਤੋਂ ਵੱਧ ਸਿਮਰਨ ਕਰ। ਸੋ ਇਹ ਹੁਣ ਆਪਾਂ ਬਹਿੰਦੇ ਉੱਠਦੇ ਕੰਮ ਕਾਰ ਕਰਦੇ ਸਿਮਰਨ ਕਰਨਾ ਹੁੰਦਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਜੇ ਅਸੀਂ ਗੁਰਬਾਣੀ ਗੁਰੂ ਨੂੰ ਖੋਜਾਂਗੇ ਵਿਚਾਰਾਂਗੇ ਤੇ ਫਿਰ ਸਾਨੂੰ ਸਮਝ ਲੱਗੇਗੀ ਵੀ ਸਾਨੂੰ ਕੀ ਕਹਿੰਦੇ ਨੇ ਤੇ ਸਾਡਾ ਮਨ ਸਹਿਜ ਵਿੱਚ ਆ ਜਾਏਗਾ। ਜੇ ਹੁਣ ਵਿਚਾਰਦੇ ਨਹੀਂ ਖੋਜਦੇ ਨਹੀਂ ਤਾਈਓ ਜੀਵ ਨੂੰ ਸਮਝ ਹੀ ਨਹੀਂ ਲੱਗਦੀ ਵੀ ਮੈਂ ਕੀ ਪੜ੍ਹਦਾ। ਤਾਈਓ ਪੜ੍ਹਦੇ ਵੀ ਨਹੀਂ ਉਹਦਾ ਮਨ ਸਹਿਜ ਵਿੱਚ ਜਾਂਦਾ ਕਿਉਂਕਿ ਵਿਚਾਰਦਾ ਹੀ ਨਹੀਂ ਖੋਜਦਾ ਹੀ ਨਹੀਂ। ਇਸ ਵਾਸਤੇ ਹੁਣ ਆਪਾਂ ਇਹ ਖੋਜੀ ਬਣ ਕੇ ਚੱਲਣਾ ਹੁੰਦਾ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਇਹ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਇਹ ਆਪਾਂ ਵੀ ਇਹ ਗਿਆਨ ਦੀ ਮੱਤ ਲੈ ਕੇ ਮਨ ਨੂੰ ਘਰ ਲੈ ਚੱਲੀਏ ਆਪਦੇ ਸਹਿਜ ਦੇ ਵਿੱਚ। ਸੋ ਬਾਕੀ ਜੋ ਆਪਣਾ ਸਮਾਗਮ ਚੱਲ ਰਿਹਾ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ 31 ਤਰੀਕ ਤੱਕ 2 ਦਿਨ ਹਜੇ ਹੋਰ ਸਮਾਗਮ ਚੱਲਣਾ ਹੈ। ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਵੀ ਆਪਾਂ ਸੰਗਤ ਕਰਕੇ ਆਪਣੇ ਜੀਵਨ ਦਾ ਜੋ ਲਾਹਾ ਹੈ ਇਹ ਆਪਾਂ ਵੱਧ ਤੋਂ ਵੱਧ ਲਾਹਾ ਕੱਢ ਸਕਦੇ। ਸੋ ਇੰਨੀਆਂ ਬੇਨਤੀਆਂ ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।